हाँ जी। सार बचन बानी हजूर स्वामी जी महाराज। बचन 15वां शब्द 14वां। यहाँ तुम समझ सोच कर चलना, यहाँ तुम समझ सोच कर चलना, ये तो राह बड़ी अत टेढ़ी, मन के साथ ना पड़ना। राधा स्वामी। ਤੇ ਸਭ ਤੋਂ ਪਹਿਲਾਂ ਤੇ ਇੱਕ ਬੇਨਤੀ ਅੱਗੇ ਵੀ ਕਈ ਵਾਰ ਕਰੀ ਦੀ ਹੈ ਸਤਸੰਗ ਦੇ ਆਰੰਭ ਦੇ ਵਿੱਚ ਕਿ ਸਤਸੰਗ ਸਤਿਗੁਰਾਂ ਦੇ ਜੋ ਬਚਨ ਨੇ ਕਿ ਬੜੇ ਭਾਗਾਂ ਨਾਲ ਮਿਲਦਾ ਹੈ, ਪਰ ਜਦੋਂ ਤੱਕ ਸਾਨੂੰ ਉਹਦੀ ਕੀਮਤ ਦਾ ਨਾ ਪਤਾ ਹੋਵੇ, ਉਹਦੀ ਸਾਰ ਨਾ ਹੋਵੇ, ਜਾਂ ਬੈਠ ਕੇ ਮਨ ਕਿਸੇ ਹੋਰ ਪਾਸੇ ਹੋਵੇ ਅਤੇ ਸਤਸੰਗ ਦੇ ਵਿੱਚ ਬੈਠ ਕੇ ਵੀ ਉਹ ਚੀਜ਼ ਨਹੀਂ ਗੱਲ ਬਣਦੀ। ਇਸ ਕਰਕੇ ਸਤਸੰਗ ਵੀ ਜੇ ਗੁਰਮਤਿ ਦੇ ਸਵਾਮੀ ਜੀ ਦੇ ਬਚਨ ਆਏ ਨੇ ਉਹ ਵੀ ਮਨ 'ਤੇ ਹੀ ਨੇ, ਅਤੇ ਪਹਿਲਾਂ ਹੀ ਇਹਦੀ ਸ਼ੁਰੂਆਤ ਦੇ ਵਿੱਚ ਸਤਿਗੁਰਾਂ ਦੇ ਅੱਗੇ ਬੇਨਤੀ ਕਰਕੇ ਬੈਠੀਏ। ਔਰ ਦੂਸਰੀ ਬੇਨਤੀ ਕਿ ਜੇ ਕਿਸੇ ਵੇਲੇ, ਕਿਉਂਕਿ ਆਪਣੀ ਹਾਲਤ ਸਭ ਨੂੰ ਆਪ ਨੂੰ ਪਤਾ ਹੁੰਦਾ ਹੈ, ਔਰ ਜੋ ਆਪਣਾ ਕਰਮ ਜਾਂ ਜੋ ਵੀ ਚੀਜ਼ ਹੈ ਉਹਦਾ ਹੀ ਫਲ ਸਾਨੂੰ ਮਿਲਦਾ ਹੈ, ਕਿਸੇ ਦਾ ਕੋਈ ਨਹੀਂ। ਇਸ ਕਰਕੇ ਕਿਸੇ ਦੀ ਕਿਸੇ ਚੀਜ਼ ਤੋਂ ਨਾ ਕੋਈ ਝਾਕਾ ਰੱਖੀਏ, ਨਾ ਕਿਸੇ ਦਾ ਡਰ ਰੱਖੀਏ, ਕਿਉਂਕਿ ਸਤਿਗੁਰਾਂ ਨੇ ਫਰਮਾਉਣਾ ਕਿ ਇੱਕ ਤਾਂ ਸਤਸੰਗ ਦੇ ਵਿੱਚ ਬੜੇ ਐਕਟਿਵ ਹੋ ਕੇ ਜਾਗ ਕੇ ਬੈਠੀਏ, ਦੂਸਰੇ ਨੰਬਰ ਦੇ ਉੱਤੇ ਮਨ ਨੂੰ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਗਾ ਕੇ ਰੱਖੀਏ। ਇੱਕ ਜੇ ਕਿਸੇ ਵੇਲੇ ਕਿਸੇ ਨੂੰ ਕੋਈ ਝਪਕੀ ਆ ਰਹੀ ਹੈ, ਕਿਸੇ ਦੀ ਕੋਈ ਲੱਤ ਬਾਂਹ ਦਰਦ ਹੋ ਰਹੀ ਹੈ, ਪਿੱਠ ਦਰਦ ਹੋ ਰਹੀ ਹੈ, ਅਤੇ ਜੋ ਗੁਰਮਤਿ ਨੇ ਫਰਮਾਉਣਾ ਕਈ ਵਾਰ ਕਿ ਉਹ ਐਵੇਂ ਸ਼ਰਮ ਕਰਕੇ ਬੈਠੇ ਰਹਿਣ ਨਾਲੋਂ ਕਿ ਧਿਆਨ ਉੱਧਰ ਨੂੰ ਖਿੱਚੀ ਰੱਖਣਾ, ਉਹ ਉੱਠ ਕੇ ਪਾਣੀ ਪੀ ਆਵੇ, ਮੂੰਹ ਧੋ ਲਵੇ, ਖੜ੍ਹਾ ਹੋ ਜਾਵੇ। ਕਮ ਸੇ ਕਮ ਜਿਸ ਵਾਸਤੇ ਬੈਠੇ ਹਾਂ ਉਹ ਜਿਹੜੇ ਵਚਨ ਤੇ ਸਤਿਗੁਰਾਂ ਦੇ ਸਰਵਣ ਕਰ ਸਕੀਏ। ਔਰ ਇੱਕ ਇਸ ਤੋਂ ਇਲਾਵਾ ਹੋਰ ਕਿ ਕਈ ਵਾਰ ਕਾਲਾਪਨ ਵੀ ਹੁੰਦਾ ਹੈ, ਕਿਉਂਕਿ ਮੈਂ ਕਈ ਵਾਰ ਦੇਖਿਆ ਹੈ ਕਿ ਸਤਸੰਗ ਦਾ ਬਚਨ ਕੋਈ ਵੀ ਹੋਵੇ, ਵੱਡਾ ਹੋਵੇ ਛੋਟਾ ਹੋਵੇ, ਜੋ ਉਹਨਾਂ ਦੀ ਮੌਜ ਹੁੰਦੀ ਹੈ ਉਸੇ ਤਰ੍ਹਾਂ ਦੇ ਵਚਨ ਨੂੰ ਸਤਿਗੁਰੂ ਸੇਵਾ ਲੈ ਲੈਂਦੇ ਨੇ। ਕਈ ਵਾਰ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਜਿਹੜੇ ਵਚਨ ਜਿਹੜੇ ਆ ਉਹਨਾਂ ਦਾ ਵਿਚਾਰ ਹੋ ਜਾਂਦੀ ਹੈ, ਕਿਸੇ ਵੇਲੇ ਕੋਈ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ। ਪਰ ਕਈ ਵਾਰ ਮਨ ਜਿਹੜਾ ਆ ਡਾਵਾਂਡੋਲ ਹੀ ਰਹਿੰਦਾ, ਇੱਧਰ ਉੱਧਰ ਰਹਿੰਦਾ ਹੈ। ਇਸ ਕਰਕੇ ਕੁਝ ਜੇ ਕਿਸੇ ਨੂੰ ਕੋਈ ਲੱਗੇ ਇਸ ਤਰ੍ਹਾਂ ਵਿੱਚ, ਵੈਸੇ ਤਾਂ ਮੈਂ ਪਹਿਲਾਂ ਹੀ ਕਈ ਵਾਰੀ ਕਹਿੰਦਾ ਹੁੰਦਾ ਕਿ ਜਦੋਂ ਮਨ ਕਾਹਲੀ 'ਚ ਹੋਵੇ ਉਦੋਂ ਪਹਿਲਾਂ ਹੀ ਆਪਾਂ ਉਹ ਜਿਹੜਾ ਜੋ ਮਨ ਕਹਿ ਰਿਹਾ ਹੈ ਉਹਦੇ ਤਰੀਕੇ ਦੇ ਨਾਲ ਹੀ ਕੰਮ ਕਰਕੇ ਮਤਲਬ ਉਹਨੂੰ ਸ਼ਾਂਤ ਕਰ ਲਿਆ ਜਾਵੇ। ਨਹੀਂ ਤਾਂ ਬੈਠ ਕੇ ਵੀ ਦੋਨੋਂ ਪਾਸਿਓਂ ਅਸੀਂ ਟਾਈਮ ਗਵਾ ਲੈਂਦੇ ਹਾਂ। ਮਨ ਬਾਹਰ ਭੱਜਾ ਰਹਿੰਦਾ ਹੈ ਕਿ ਲੇਟ ਹੋ ਗਏ, ਪਹੁੰਚਣਾ ਹੈ, ਅਤੇ ਨਾ ਉੱਧਰ ਪੂਰਾ ਆਪਣਾ ਸਫ਼ਰ ਤੈਅ ਕਰ ਪਾਉਂਦੇ, ਨਾ ਉੱਧਰ ਜਾ ਪਾਉਂਦੇ ਹਾਂ, ਅਤੇ ਨਾ ਅਸੀਂ ਸਤਸੰਗ ਦੇ ਵਿੱਚ ਹੀ ਹਾਜ਼ਰ ਹੁੰਦੇ ਹਾਂ। ਉਹ ਦੋਨੋਂ ਪਾਸੋਂ ਹੀ ਘਾਟਾ ਰਹਿ ਜਾਂਦਾ ਹੈ। ਅਤੇ ਕਮ ਸੇ ਕਮ ਇੱਕ ਪਾਸਾ ਤਾਂ ਪੂਰਾ ਹੋਵੇ, ਜਾਂ ਸਵਾਰਥ ਵਾਲਾ ਹੋਵੇ ਜਾਂ ਪਰਮਾਰਥ ਵਾਲਾ ਹੋਵੇ, ਕਿ ਕਮ ਸੇ ਕਮ ਇੱਕ ਬੰਨਿਓ ਤਾਂ ਫਾਇਦਾ ਲੈ ਲਿਆ ਜਾਵੇ। ਇਸ ਕਰਕੇ ਕੋਈ ਐਸੀ ਗੱਲ ਨਹੀਂ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈ, ਕੋਈ ਕੁਛ ਨਹੀਂ ਹੈ। ਮੈਂ ਕਈ ਵਾਰ ਹੋਰ ਵੀ ਜਗ੍ਹਾ 'ਤੇ ਬੇਨਤੀ ਕਰਦਾ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਹੁਣ ਅੱਜ ਵੀ ਮੈਂ ਵਿਚਾਰ ਵੈਸੇ ਆ ਰਿਹਾ ਸੀ, ਚਲੋ ਸਤਿਗੁਰਾਂ ਦਾ ਇੱਕ ਹੁਕਮ, ਉਹਨਾਂ ਦੇ ਜੋ ਵਚਨ, ਉਹਨਾਂ ਦੇ ਪ੍ਰਥਾ ਦੇ ਮੁਤਾਬਕ ਸਤਸੰਗ ਦੀ ਇੱਕ ਲੜੀਵਾਰ ਜਿਹੜਾ ਸਤਸੰਗ ਹੁੰਦਾ ਹੈ। ਲੇਕਿਨ ਕਈ ਵਾਰ ਵਿਚਾਰ ਕਰੀਦਾ ਹੈ ਕਿ ਸਤਸੰਗ ਦੀ ਲੋੜ ਹੈਗੀ ਹੈ ਕੋਈ,
ਕੋਈ ਸਾਨੂੰ ਸਤਸੰਗ ਦੀ ਕੋਈ ਲੋੜ ਵੀ ਹੈਗੀ ਹੈ ਕਿ ਨਹੀਂ ਹੈਗੀ ਲੋੜ। ਔਰ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਨਹੀਂ, ਲੋੜ ਹੀ ਨਹੀਂ ਹੈ ਸਤਸੰਗ ਦੀ, ਕਿਉਂਕਿ ਸਤਸੰਗ ਤੇ ਸਾਡੇ ਨੱਕੋ ਨੱਕ ਭਰੇ ਪਏ ਨੇ, ਨੱਕੋ ਨੱਕ ਭਰੇ ਪਏ ਨੇ। ਬਸ ਉਹ ਹੁਣ ਜਿਸ ਤਰ੍ਹਾਂ ਕਹਿੰਦੇ ਨਾ ਕਿ ਕਈ ਵਾਰ ਰੋਟੀ ਪਚਦੀ ਨਹੀਂ ਆ, ਭਰੀ ਨੱਕੋ ਨੱਕ ਗਲੇ ਤੱਕ ਹੁੰਦੀ ਆ, ਪਰ ਪਚ ਨਹੀਂ ਰਹੀ, ਇਸ ਕਰਕੇ ਉਹਨੂੰ ਸਰੀਰ ਨੂੰ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੁੰਦਾ। ਅਤੇ ਕਈ ਵਾਰ ਇਹ ਸੋਚੀਦਾ ਹੈ ਕਿ ਸਤਸੰਗ ਦੀ ਵਾਕਈ ਹੀ ਜ਼ਰੂਰਤ ਨਹੀਂ ਹੁੰਦੀ ਸਾਨੂੰ, ਲੇਕਿਨ ਫਿਰ ਵੀ ਅਸੀਂ ਮਾਣ ਵਡਿਆਈ ਕਹਿ ਲਈਏ, ਜਾਂ ਅਸੀਂ ਦੇਖਾ ਦੇਖੀ ਕਹਿ ਲਈਏ, ਜਾਂ ਲੋਕਾਂ ਨੂੰ ਭਰਮਾਉਣ ਦੀ ਗੱਲ ਕਰ ਲਈਏ, ਜਾਂ ਕੁਛ ਵੀ ਇੱਕ ਦੂਜੇ ਵੱਲ ਦੇਖ ਕੇ ਭੇਡਾ ਚਾਲ ਵਾਲੀ ਜਿਹੜੀ ਉਹਨੂੰ ਅਪਣਾਈ ਰੱਖਦੇ ਹਾਂ। ਸਤਸੰਗ ਦੀ ਕਿਉਂ ਮੈਂ ਕਹਿ ਰਿਹਾ ਇਹ ਚੀਜ਼ ਨੂੰ, ਕਿਉਂਕਿ ਸਤਸੰਗ ਕਿਹਦਾ ਹੈ? ਇਹ ਵਚਨ ਜਿਹੜੇ ਵੀ ਹੁਣ ਵੀ ਅਸੀਂ ਸੁਣੇ ਨੇ, ਕਿਹਦੇ ਵਚਨ ਨੇ? ਇਹ ਕੋਈ ਮੈਂ ਨਹੀਂ ਲਿਖੇ, ਇਹ ਕੋਈ ਤੁਸੀਂ ਨਹੀਂ ਲਿਖੇ, ਜਾਂ ਕੋਈ ਸਾਡੇ ਕੋਈ ਨਜ਼ਦੀਕੀ ਕਿਸੇ ਰਿਸ਼ਤੇਦਾਰ ਯਾਰ ਦੋਸਤ ਦੇ ਇਹ ਨਹੀਂ ਹੈਗੇ। ਇਹ ਉਸ ਸਤਿਗੁਰਾਂ ਦੇ ਪੂਰਨ ਪੁਰਸ਼, ਪੂਰਨ ਧਨੀ ਜਿਹੜੇ ਆਏ ਇੱਥੇ ਉਤਾਰ ਧਾਰ ਕੇ, ਉਹਨਾਂ ਨੇ ਸਾਡੇ ਫਾਇਦੇ ਵਾਸਤੇ ਇਹ ਵਚਨ ਜਿਹੜੇ ਨੇ ਲਿਖੇ ਨੇ। ਪਰ ਕਈ ਵਾਰ ਸਾਡੇ ਕੋਲ, ਸਾਡਾ ਮਨ ਸਾਨੂੰ ਇਸ ਤਰ੍ਹਾਂ ਦਾ ਕਹਿੰਦਾ ਹੈ ਕਿ ਸਾਡੇ ਕੋਲ ਤਾਂ ਇਸ ਤੋਂ ਵੀ ਉੱਚਾ ਗਿਆਨ ਹੈਗਾ ਹੈ, ਜਾਂ ਇਸ ਤੋਂ ਵੀ ਉੱਚੀ ਪਕੜ ਕਈ ਵਾਰੀ ਮਨ 'ਚ ਰੱਖੀ ਹੁੰਦੀ ਹੈ, ਇਹਦਾ ਫਾਇਦਾ ਅਸੀਂ ਕੋਈ ਨਹੀਂ ਲੈਂਦੇ। ਕਿਉਂਕਿ ਮਨ ਮਤ ਜਿਹੜੀ ਹੈ, ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਮਨ ਮਤ ਆਪਣੀ ਠਾਣ ਠਣੇ, ਉਹ ਜਿਹੜੀ ਮਨ ਮਤ ਜਿਹੜੀ ਹੈ ਉਹ ਅਸੀਂ ਪੂਰੀ ਕਰਨੀ ਹੈ, ਬਾਕੀ ਕੰਮ ਵੀ ਪੂਰੀ ਕਰਨੇ ਨੇ, ਉਹਦਾ ਫਿਰ ਫਾਇਦਾ ਕੋਈ ਨਹੀਂ ਹੁੰਦਾ। ਅਤੇ ਮੇਰਾ ਇਹ ਮੰਨਣਾ, ਹੁਣ ਵੀ ਪਿਛਲੇ ਹਫ਼ਤੇ ਕਿਤੇ ਬਾਹਰ ਸੀ ਗੁਰਮਤਿ ਦੀ ਸੇਵਾ ਦੇ ਵਿੱਚ, ਕਈ ਜਗ੍ਹਾ 'ਤੇ ਬੈਠਣ ਦਾ ਮੌਕਾ ਮਿਲਿਆ, ਕਈਆਂ ਨਾਲ ਗੱਲਬਾਤ ਹੋਈ, ਮੈਂ ਉੱਥੇ ਵੀ ਉਹ ਗੱਲ ਕਰਦਾ ਰਿਹਾ ਕਿ ਨਹੀਂ, ਬਾਹਰਲੇ ਦੇਸ਼ਾਂ ਦੇ ਵਿੱਚ ਦੇਖੀਏ, ਉੱਥੇ ਇੱਥੋਂ ਨਾਲੋਂ ਮੰਦਰ ਗੁਰਦੁਆਰੇ ਘੱਟ ਨੇ, ਕੋਈ ਰੱਬ ਨੂੰ ਮੰਨਣ ਵਾਲੇ ਵਿਰਲੇ ਵਿਰਲੇ ਹੋਣਗੇ, ਪਰ ਉਹ ਦੇਸ਼ ਤਰੱਕੀਆਂ ਕਰ ਰਹੇ ਨੇ ਕਿਤੇ ਨਾ ਕਿਤੇ ਬਾਹਰਲੇ ਤੌਰ 'ਤੇ ਸਹੀ। ਉੱਦਾਂ ਭਾਵੇਂ ਉਹ ਸਟਰੈਸ ਦੇ ਵਿੱਚ ਹੋਣ, ਮਾਨਸਿਕ ਰੋਗੀ ਹੋਣ, ਜੋ ਮਰਜ਼ੀ ਹੈ, ਲੇਕਿਨ ਬਾਹਰਲੇ ਤੌਰ ਦੇ ਉੱਤੇ ਜੇ ਕਹੀਏ ਤਾਂ ਉਹ ਇੱਕ ਤਰੱਕੀ ਕਰ ਰਹੇ ਨੇ। ਜੇ ਸਾਨੂੰ ਵੀ ਸਵਾਰਥ ਦੀ ਜ਼ਿਆਦਾ ਚਾਹ ਹੈ, ਕਿਉਂਕਿ ਇੱਕ ਵਾਰੀ ਮੈਂ ਇੱਥੇ ਸਵਾਲ ਪੁੱਛਿਆ ਸੀ ਕਿ ਅਸੀਂ ਸਵਾਰਥ ਤੋਂ ਦੁਖੀ ਹਾਂ ਕਿ ਪਰਮਾਰਥ ਤੋਂ ਦੁਖੀ ਹਾਂ? ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਸਵਾਰਥ ਤੋਂ ਦੁਖੀ ਹਾਂ ਜਾਂ ਪਰਮਾਰਥ ਤੋਂ। ਅਸੀਂ ਸਵਾਰਥ ਦੇ ਚਾਹਵਾਨ ਹਾਂ ਕਿ ਪਰਮਾਰਥ ਦੇ ਚਾਹਵਾਨ ਹਾਂ? ਔਰ ਜਵਾਬ ਇਹੋ ਹੀ ਸੀ ਉਦੋਂ ਵੀ ਕਿ ਸਵਾਰਥ ਦੇ, ਕਿਉਂਕਿ ਸਾਨੂੰ ਤਾਂ ਸਾਡੇ ਸਵਾਰਥ ਨਾਲ ਪਿਆਰ ਹੈ, ਸਵਾਰਥ ਨਾਲ ਮੋਹ ਹੈ। ਸਾਡਾ ਸਵਾਰਥ ਸਹੀ ਚੱਲਣਾ ਚਾਹੀਦਾ ਹੈ। ਜੇ ਸਵਾਰਥ ਸਾਡਾ ਸਹੀ ਚੱਲਦਾ ਹੈ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰਮਾਰਥ ਕੋ ਅਸੀਂ ਕੀ ਲੈਣਾ ਹੈ? ਕਿਉਂਕਿ ਗੁਰਮਤਿ ਨੇ ਫਰਮਾਉਣਾ ਕਿ ਪਿਛਲੇ ਯੁੱਗਾਂ ਦੀਆਂ ਟੇਕਾਂ ਸਾਡੇ ਅੰਦਰ ਇੰਨੀਆਂ ਪ੍ਰਬਲ ਨੇ, ਇੰਨੀਆਂ ਕਿ ਉਹ ਮਜ਼ਬੂਤ ਨੇ ਕਿ ਸਾਨੂੰ ਅੱਗੇ ਤੁਰਨ ਹੀ ਨਹੀਂ ਦਿੰਦੀਆਂ। ਬਾਣੀ 'ਚ ਤਾਂ ਉਹਨਾਂ ਨੇ ਫਰਮਾਇਆ ਕਿ ਗੁਰੂ ਕੀ ਟੇਕ ਰਹੋ ਦਿਨ ਰਾਤ, ਪਰ ਆਪਣੇ ਵਿਚਾਰ ਕਰਾਂਗੇ ਤਾਂ ਪਤਾ ਲੱਗੇਗਾ ਸਾਨੂੰ ਗੁਰੂ ਦੀ ਟੇਕ ਨਹੀਂ ਹੈ ਕੋਈ ਵੀ। ਔਰ ਇਹ ਕਹਿੰਦੇ ਆ ਕੋਈ ਐਸਾ ਮੈਨੂੰ ਕੋਈ ਸ਼ੱਕਾ ਜਾਂ ਕੋਈ ਸ਼ਰਮ ਨਹੀਂ ਲੱਗਦੀ, ਕਿਉਂਕਿ ਮੈਂ ਦੇਖਦਾ ਐਸਾਂ ਚੀਜ਼ਾਂ ਨੂੰ। ਹੁਣ ਸਤਿਗੁਰਾਂ ਦੇ ਜੋ ਪਹਿਲਾਂ ਬਚਨ ਆਏ ਨੇ ਉਹਨਾਂ ਦੇ ਨਾਲ ਦੀ ਮੈਂ ਗੱਲ ਕਰ ਰਿਹਾ, ਜਿਸ ਤਰ੍ਹਾਂ ਲਿਖਿਆ ਕਿ ਯਹਾਂ ਤੁਮ ਸਮਝ ਸੋਚ ਕਰ ਚੱਲਣਾ, ਇਹ ਤੋਂ ਰਾਹ ਬੜੀ ਅਤ ਟੇਢੀ, ਮਨ ਕੇ ਸਾਥ ਨਾ ਪੜਨਾ। ਦੇਖੋ ਚੇਤਾਵਨੀ ਦੇ ਰਹੇ ਨੇ ਸਾਨੂੰ। ਕਈ ਵਾਰ ਅਸੀਂ ਅੱਗੇ ਪਹਿਲਾਂ ਵੀ ਇਹ ਵਚਨ ਸੁਣੇ ਨੇ, ਪਰ ਜਿਸ ਤਰ੍ਹਾਂ ਮੈਂ ਕਹਿੰਦਾ ਰਹਿੰਦਾ ਕਿ ਵਿਚਾਰ ਨਹੀਂ ਕਦੀ ਕੀਤਾ ਹੈਗਾ, ਵਿਚਾਰਵਾਨ ਨਹੀਂ ਅਸੀਂ ਬਣਦੇ, ਵਿਚਾਰ ਨਹੀਂ ਕਰਦੇ ਕਿ ਬਈ ਬਾਣੀ ਸੁਣਦੇ ਹਾਂ, ਬਚਨ ਸੁਣਦੇ ਹਾਂ, ਕੋਈ ਇਹਦਾ ਕੋਈ ਮਤਲਬ ਵੀ ਹੈਗਾ ਹੈ ਕਿ ਨਹੀਂ। ਮਨ 'ਚ ਉਹੀ ਹੈ, ਉਹ ਕੁਛ ਹੀ ਹੈ। ਜਿਸ ਤਰ੍ਹਾਂ ਆਮ ਦੁਨੀਆ ਦੇ ਜੋ ਚੱਲਣ ਨੇ ਉਹੀ ਸਾਡੇ ਚੱਲਣ ਨੇ, ਵੱਖਰੇ ਕੋਈ ਨਹੀਂ ਹੈ। ਵੱਖਰੀ ਗੱਲ ਹੈ ਕਿ ਥੋੜ੍ਹਾ ਜਿਹਾ ਬਦਲ ਦਿੱਤਾ ਅਸੀਂ ਰੰਗ। ਕੋਈ ਵੀ ਚੀਜ਼ ਜਿਸ ਤਰ੍ਹਾਂ ਬਣਾਈ ਦੀ ਏ, ਕੋਈ ਰੰਗ ਪਾ ਕੇ ਹਲਵਾ ਬਣਾ ਦਿੰਦਾ, ਕੋਈ ਚਿੱਟਾ ਬਣਾ ਦਿੰਦਾ, ਕੋਈ ਹੋਰ ਪੀਲਾ ਪਾ ਕੇ ਪੀਲਾ ਬਣਾ ਦਿੰਦਾ, ਕੋਈ ਹੋਰ ਰੰਗ ਪਾ ਕੇ ਬਣਾ ਦਿੰਦਾ, ਹੈ ਇੱਕੋ ਹੀ ਚੀਜ਼ ਹੈ। ਅਤੇ ਰੰਗ ਅਸੀਂ ਜ਼ਰੂਰ ਵੱਖਰੇ ਵੱਖਰੇ ਕਰ ਲਏ, ਪਰ ਹੈ ਅਸੀਂ ਉਹੀ ਚੀਜ਼ ਦੇ ਵਿੱਚ ਹੀ ਸਾਰੇ ਚੱਲ ਰਹੇ ਹਾਂ। ਇਸ ਕਰਕੇ ਆਪਣੀ ਹਾਲਤ ਵੀ ਅਸੀਂ ਦੇਖੀਏ ਦੁਨੀਆ ਵਰਗੀ ਹੀ ਹੈ, ਕੋਈ ਦੁਨੀਆ ਨੂੰ ਵੱਖਰੀ ਨਹੀਂ ਹੈਗੀ। ਸਾਨੂੰ ਲੱਗਦਾ ਹੈ ਜਿਸ ਤਰ੍ਹਾਂ ਆਮ ਲੋਕ ਵੀ ਜਿਹੜੇ ਜਿਸ ਤਰ੍ਹਾਂ ਕਿਤੇ ਆਉਂਦੇ ਜਾਂਦੇ ਕੋਈ ਕਰਦੇ, ਜੇ ਤੁਸੀਂ ਕਿਸੇ ਕਬਰ 'ਤੇ ਮੱਥਾ ਟੇਕਣ ਵਾਲੇ ਨੂੰ ਪੁੱਛ ਲਓ, ਉਹ ਵੀ ਕਹਿੰਦਾ ਮੈਂ ਗੁਰੂ ਦਾ ਸਿੱਖ, ਮੇਰਾ ਗੁਰੂ ਪੂਰਾ ਹੈ। ਉਹਨੂੰ ਪੁੱਛੋ ਤੇਰੇ ਗੁਰੂ ਨੇ ਕੀ ਦਿੱਤਾ? ਮੇਰੇ ਗੁਰੂ ਨੇ ਬੜੀ ਕਿਰਪਾ ਕੀਤੀ,
ਜਿਉਂਦਾ ਮੈਂ ਜਾਣ ਲੱਗਾ ਮੇਰੀ ਤਾਂ ਹਾਲਤ ਹੀ ਬਦਲ ਗਈ। ਗਰੀਬੀ ਬੜੀ ਸੀ, ਹੁਣ ਤਾਂ ਕੋਠੀਆਂ ਪੈ ਗਈਆਂ, ਹੁਣ ਤਾਂ ਕਾਰਾਂ ਆ ਗਈਆਂ, ਬੱਚੇ ਪੜ੍ਹ ਲਿਖ ਗਏ, ਬੱਚੇ ਵਿਦੇਸ਼ਾਂ 'ਚ ਰਹਿ ਰਹੇ ਨੇ। ਕੀ ਫਰਕ ਹੋਇਆ ਸਾਡੇ 'ਚ ਤੇ ਉਹਨਾਂ 'ਚ? ਸਾਨੂੰ ਸਤਿਗੁਰਾਂ ਨੇ ਕੁਛ ਵੱਖਰਾ ਦਿੱਤਾ ਸੀ, ਕੁਝ ਵੱਖਰਾ ਬਣਾਇਆ ਸੀ। ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਕਿਹਾ ਖਾਲਸਾ ਜਿਹੜਾ ਸੀ, ਪਰ ਜਿਹੜਾ ਖਾਲਸਾ ਸੀ, ਖਾਲਸ ਸੀ, ਉਹ ਉਹਨਾਂ ਨੇ ਕਿਹਾ ਕਿ ਖਾਲਸੋ ਮੇਰਾ ਰੂਪ ਹੈ ਖਾਸ। ਉਹ ਤਾਂ ਕਹਿੰਦੇ ਕਿ ਮੇਰਾ ਹੀ ਰੂਪ ਹੈ ਉਹ। ਪਰ ਅਸੀਂ ਦੇਖੀਏ ਕਿ ਵਾਕਈ ਹੀ ਇਹ ਗੱਲ ਹੈਗੀ ਹੈ ਨਾ। ਤਾਂ ਉਹਦੇ ਵਿੱਚ ਜਿਸ ਤਰ੍ਹਾਂ ਵਚਨ ਆਏ ਨੇ, ਯਹਾਂ ਤੁਮ ਸਮਝ ਸੋਚ ਕਰ ਚੱਲਣਾ, ਜੇ ਤੋ ਰਾਹ ਬੜੀ ਅਤ ਟੇਢੀ। ਕਹਿੰਦੇ ਕਿ ਇੱਥੇ ਜਿੱਥੇ ਅਸੀਂ ਆਏ ਹਾਂ, ਇੱਥੇ ਬੜੇ ਸੋਚ ਸਮਝ ਕੇ ਚੱਲਣਾ, ਕਿਉਂਕਿ ਬੜਾ ਭਾਗਾਂ ਨਾਲ ਮੌਕਾ ਮਿਲਿਆ ਏ। ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਗੁਰੂ ਕੀ ਭਗਤ ਬਿਨ ਨਾਰ ਕੂਕਰੀ ਹੋਏ, ਗਲੀ ਗਲੀ ਭੌਂਕਤ ਫਿਰੇ ਟੂਕ ਨਾ ਡਰੇ ਕੋਈ। ਕੋਈ ਨਹੀਂ ਹੈ। ਗੁਰਮਤਿ ਦੇ ਪਹਿਲੇ ਸਰੂਪ ਦੇ ਵਿੱਚ ਬਚਨ ਹੈਗੇ ਨੇ ਕਿ ਬਈ ਬੜੇ ਬੜੇ ਅੱਛੇ ਘਰਾਣਿਆਂ 'ਚੋਂ, ਬੜੇ ਬੜੇ ਅੱਛੇ ਸਰਦਾਰ ਕਹਿੰਦੇ ਕਮਾਉਂਦੇ, ਜਿਹੜੇ ਕਿਉਂ ਬਘਿਆੜਾਂ ਦੀਆਂ ਜੂਨਾਂ 'ਚ ਪੈ ਜਾਂਦੇ ਨੇ, ਕਿਉਂਕਿ ਗੁਰੂ ਦੀ ਨਹੀਂ ਮੰਨਦੇ। ਮੰਨਦੇ ਕਿਹਦੀਆਂ? ਆਪਣੇ ਮਨ ਦੀ, ਜਾਂ ਆਪਣੇ ਮਨ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਨੇ। ਪਿਛਲੇ ਮੈਂ ਦੱਸਣ ਦਿਆਂ ਕੁਝ ਦਿਨਾਂ ਤੋਂ ਬਾਹਰ ਸੀ, ਉੱਥੇ ਇੱਕ ਜਗ੍ਹਾ 'ਤੇ ਬੈਠਣ ਦਾ ਮੌਕਾ ਮਿਲਿਆ, ਕੁਝ ਬੱਚੇ ਸੇਵਾਦਾਰ ਸਾਰੇ ਆਪਾਂ ਬੈਠੇ ਸਾਂ, ਅਤੇ ਉੱਥੇ ਵੀ ਇਹ ਗੱਲ ਹੋਈ। ਕਿਸੇ ਨੇ ਕੋਈ ਮਨ ਦੀ ਕੋਈ ਆਪਣਾ ਦੱਸਿਆ ਕਿ ਆਹ ਮਨ ਦੇ ਵਿੱਚ। ਮੈਂ ਕਿਹਾ ਬੇਟੇ ਅਸੀਂ ਗੁਰੂ ਦੇ ਸਿੱਖ ਕਦੋਂ ਹੈਗੇ ਹਾਂ, ਸੋਚ ਕੇ ਤੇ ਵੇਖੀਏ। ਅਸੀਂ ਕਦੇ ਸਿੱਖ ਹਾਂ? ਧੀਆਂ ਪੁੱਤਰਾਂ ਦੇ ਸਿੱਖ ਹਾਂ, ਮਾਤਾ ਪਿਤਾ ਦੇ ਸਿੱਖ ਹਾਂ, ਰਿਸ਼ਤੇਦਾਰਾਂ ਦੇ ਸਿੱਖ ਹਾਂ, ਮਨ ਆਪਣੇ ਮਨ ਦੇ ਸਿੱਖ ਹਾਂ, ਗੁਰੂ ਦੇ ਸਿੱਖ ਨਹੀਂ ਹੈਗੇ। ਕਿਉਂਕਿ ਗੁਰੂ ਦੀ ਤਾਂ ਅਸੀਂ ਮੰਨਣੀ ਹੀ ਨਹੀਂ। ਗੁਰੂ ਨੇ ਸਾਨੂੰ ਕੀ ਕੀਤਾ? ਸਤਿਗੁਰਾਂ ਦੇ ਬਚਨ ਨੇ, ਮੈਂ ਉਹੀ ਗੁਰਮਤਿ ਦੇ ਬਚਨ ਫਰਮਾਇਆ। ਗੁਰਮਤਿ ਨੇ ਫਰਮਾਇਆ, ਮਨ ਦੀ ਚਲਾ ਕੇ ਉਹਨਾਂ ਕਿਹਾ ਨਾ, ਜੇ ਤੋ ਰਾਹ ਬੜੀ ਅਤ ਟੇਢੀ, ਮਨ ਕੇ ਸਾਥ ਨਾ ਪੜਨਾ। ਮਨ ਨੇ ਕੀ ਕੀਤਾ? ਅਸੀਂ ਬਹੁਤੀ ਦੂਰ ਨਾ ਜਾਈਏ, ਰਾਧ ਸਵਾਮੀ ਮਾਦੀ ਲੈ ਲਈਏ। ਚਲੋ ਪਿੱਛੇ ਵੀ ਸਤਿਗੁਰਾਂ ਨੇ ਬਚਨ ਬੜੇ ਫਰਮਾਏ, ਬਾਣੀ ਦੇ ਵਿੱਚ ਬੜਾ ਖੋਲ੍ਹ ਕੇ ਸਾਨੂੰ ਹਰੀ ਦੀ ਭਗਤੀ ਦੀ ਉਹ ਪ੍ਰੇਰਨਾ ਦਿੱਤੀ। ਦੁਨੀਆਦਾਰੀ 'ਚੋਂ ਕੱਢ ਕੇ, ਬਾਕੀ ਚੀਜ਼ਾਂ 'ਚੋਂ ਕੱਢ ਕੇ ਉਹਨਾਂ ਨੇ ਕਿਹਾ ਕਿ ਬਾਣੀ 'ਚੋਂ ਲਿਖਿਆ ਕਿ ਮੜੀ ਮਸੀਤ ਜਿਹੜੀ ਹੈ ਇਹ ਨਹੀਂ ਪੂਜਣੀ, ਜਾਂ ਕੁਛ ਨਹੀਂ ਇਹੋ ਜਿਹਾ ਕਰਨਾ। ਸਤਿਗੁਰਾਂ ਨੇ ਪਹਿਲੇ ਸਰੂਪ 'ਚ, ਦੂਸਰੇ ਸਰੂਪ 'ਚ ਕੋਈ ਕਮੀ ਨਹੀਂ ਰੱਖੀ, ਬੜੇ ਖੋਲ੍ਹ ਕੇ ਬਚਨ ਫਰਮਾਏ। ਪਰ ਮੈਂ ਪਹਿਲਾਂ ਕਿਹਾ, ਅਸੀਂ ਫਾਇਦਾ ਕਿਉਂ ਨਹੀਂ ਲਿਆ? ਭਾਵੇਂ ਪਹਿਲੇ ਸਰੂਪ ਦੇ ਸਿੱਖ ਨੇ, ਭਾਵੇਂ ਦੂਸਰੇ ਸਰੂਪ ਦੇ ਨੇ, ਭਾਵੇਂ ਕੋਈ ਹੁਣ ਕੋਈ ਨਾਮ ਲਿਆਏ, ਅਸੀਂ ਸਾਡੀ ਰਹਿਣੀ ਸਭ ਦੀ ਇੱਕੋ ਜਿਹੀ ਆ, ਕੋਈ ਫਰਕ ਨਹੀਂ ਹੈਗਾ। ਐਵੇਂ ਘੰਟੀਆਂ ਵਜਾਈ ਜਾਈਏ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਕਿਉਂ? ਕਿਉਂਕਿ ਮੈਂ ਦੇਖਦਾ, ਮੈਂ ਕਈ ਵਾਰੀ ਇਹ ਕਿਹਾ ਵੀ ਆ ਕਿ ਜਿਹਨੂੰ ਕੋਈ ਆਪਣੇ ਆਪ 'ਚ ਕੋਈ ਲੱਗਦੀ ਆ, ਥੋੜ੍ਹੀ ਦੇਰ ਬੈਠ ਕੇ ਮੈਂ ਗੁਰਮਤਿ ਦੇ ਬਚਨਾਂ ਦੇ ਮੁਤਾਬਕ ਗੱਲ ਕਰਾਂਗਾ, ਕੋਈ ਆਪਣੇ ਮਨ ਵੱਲ ਕੋਈ ਬਾਹਰ ਦੀ ਨਹੀਂ ਕਰਾਂਗਾ। ਉਹ ਸਾਬਤ ਕਰ ਦੇਵਾਂਗੇ ਇਸ ਚੀਜ਼ ਨੂੰ ਕਿ ਬਈ ਆਪਾਂ ਕਿਹਦੇ ਸਿੱਖ ਹਾਂ। ਗੁਰਮਤਿ ਨੇ ਫਰਮਾਇਆ, ਸਵਾਮੀ ਜੀ ਮਹਾਰਾਜ ਆਪਣੇ ਸਮੇਂ ਦੇ ਉੱਤੇ ਪੁਕਾਰ ਕੇ ਸਾਨੂੰ ਇਹਨਾਂ ਚੀਜ਼ਾਂ 'ਚੋਂ ਕੱਢਦੇ ਰਹੇ। ਬੜਾ ਦੇਵੀ ਦੇਵਤਿਆਂ ਦਾ ਕੋਈ ਖੋਲ੍ਹ ਕੇ ਮਤਲਬ ਵਚਨ ਫਰਮਾਏ, ਕੋਈ ਇਹੋ ਜਿਹੀ ਕੋਈ ਛੱਡੀ ਨਹੀਂ। ਲੇਕਿਨ ਮਨ ਫਿਰ ਉੱਥੇ ਦਾ ਉੱਥੇ ਹੀ। ਹੋਰ ਤਾਂ ਛੱਡਿਆ, ਸਵਾਮੀ ਜੀ ਮਹਾਰਾਜ ਦੇ ਸਥਾਨ ਦੇ ਉੱਤੇ ਹੀ ਉਹਨਾਂ ਨੂੰ ਗੁਰੂ ਕਹਿਣ ਵਾਲੇ, ਉਹਨਾਂ ਨੂੰ ਪੂਜਣ ਵਾਲੇ, ਉਹਨਾਂ ਦੇ ਜਾਣ ਤੋਂ ਮਗਰੋਂ ਉੱਥੇ ਹੀ ਉਹਨਾਂ ਦੀ ਸਮਾਧ ਬਣਾ ਦਿੱਤੀ। ਦੇਖੋ ਮਨ ਦਾ ਕੰਮ। ਸਾਰੀ ਉਮਰ ਸਾਨੂੰ ਸਮਾਧਾਂ 'ਚੋਂ ਬਾਹਰ ਕੱਢਦੇ ਰਹੇ, ਸਾਰੀ ਉਮਰ ਸਾਨੂੰ ਪੁਕਾਰ ਕੇ ਕਹਿੰਦੇ ਰਹੇ ਕਿ ਬਈ ਗੁਰੂ ਜਿੰਦਾ ਜਾਗਦਾ ਗੁਰੂ ਹੈ। ਸਭ ਕੁਝ ਸਾਨੂੰ ਦੱਸਿਆ, ਤੇ ਗੁਰੂਆਂ ਨੇ ਫਰਮਾਇਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਹੀ ਉਸੇ ਸਥਾਨ ਦੇ ਉੱਤੇ ਸਮਾਧ ਬਣਾ ਕੇ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਜੋ ਪ੍ਰਥਾ ਪਹਿਲਾਂ ਚੱਲ ਰਹੀ ਸੀ, ਉਹੀ ਆਪਾਂ ਸ਼ੁਰੂ ਕਰ ਦਿੱਤੀ। ਹੁਣ ਵੀ ਅਸੀਂ ਦੇਖੀਏ, ਗੁਰੂ ਮਹਾਰਾਜ ਜੀ ਨੇ ਜਿਹੜੇ ਜੰਡਿਆਲੇ ਵਾਲਾ ਜਿਹੜਾ ਕੋਈ ਸੀਨ ਸਾਰਾ ਹੋਇਆ, ਜਿਨ੍ਹਾਂ ਨੂੰ ਪਤਾ ਹੈ, ਜਿਹੜੇ ਜਾਣਦੇ ਨੇ ਕੀ ਹੋਇਆ ਸੀ ਉੱਥੇ, ਸਿਰਫ ਇਸੇ ਗੱਲ ਤੋਂ ਹੀ ਸਤਿਗੁਰਾਂ ਨੇ ਵਚਨ ਫਰਮਾਏ ਸੀ। ਗੁਰੂ ਮਹਾਰਾਜ ਜੀ ਨੇ ਬੜਾ ਖੋਲ੍ਹ ਕੇ ਵਚਨ ਕੀਤੇ ਅਤੇ ਬੜਾ ਨਿਰਣੇ ਦੇ ਤੌਰ 'ਤੇ ਦੱਸਿਆ ਕਿ ਸਤਿਗੁਰਾਂ ਦੇ ਹੀ ਸਾਰੇ ਸਰੂਪ। ਗੁਰੂ ਮਹਾਰਾਜ ਕਹਿਣ ਲੱਗੇ, ਇਹਨਾਂ ਦੇ ਸਾਡੀ ਇੱਕ ਯਾਦਾਸ਼ਤ ਵਾਸਤੇ ਨੇ। ਅਤੇ ਸਤਿਗੁਰਾਂ ਸਾਫ਼ ਹੀ ਫਰਮਾਇਆ ਕਿ ਇਹਦੇ ਵਿੱਚ ਗੁਰੂ ਨਹੀਂ ਵੜ ਕੇ ਬੈਠਾ, ਗੁਰੂ ਤਾਂ ਸਾਡੇ ਅੰਦਰ ਹੀ, ਸਾਰਿਆਂ ਦੇ। ਚਲੋ ਇੱਕ ਸਮਝਾਉਣ ਵਾਸਤੇ ਕੀਤਾ।
मतलब की सी कि सानू इस गल की समझ लग जाए कि गुरु कहिंदे किनू। हुण मैं कई बार देखदा है कि उही चीज़ां जिहड़ियां फिर संगत एक फोटो रख ली, उहदी पूजा कर ली, एक पत्थर की मूर्ति बना ली, उहदी पूजा कर ली, एक कबर आ जी जो भी बनाया होंदा उन्हें सीमेंट उत्ते चादर पाई है उहदी पूजा कर ली, एक कुर्सी रखी है उहदी पूजा कर ली, एक पलंग डिठा है उहदी पूजा कर ली। की फर्क है ये दसो मैनू? सारे आप बैठे हाँ, आप एक सोच के दसीए कि आप गुरु के उस वचन से है कोई? ये मन की शैतानी, काल की शैतानी, काल सानू उत्थे ही लिया के खिलार दिंदा है। फिर क्यों असीं अगे नहीं वधदे, क्यों असीं उपर नहीं उठते, क्यों साडे ते सतगुरां दी किरपा नाज़िल नहीं हुंदी, क्यों सानू वो गुरु का स्वरूप प्रगट नहीं हुंदा कि असीं उत्थे ही मन जिहड़ा है सानू ऐसे ऐसे वो प्रपंच करदा है कि इदां दा बना दिंदा कि नहीं समझ ही नहीं आउंदी कुछ भी। हुणे सतगुरू ने एक वचन फरमाया आया लेकिन कहा कि वेद ग्रंथ गुर हट है जिस लग भवजल पार उतारा, सतगुरु बाज ना बुझिए जिचर धरे ना प्रभ अवतारा। स्वामी जी ने फरमाया कि चेतो मेरे प्यारे तेरे भले की कहूं। काहदे वास्ते वो वचन फरमाए? हुण आ गुरु महाराज दे स्वरूप लगे ने पिछे, आप सारे इतों बाहर चल जाने हैं, कोई एक जना आ जाए, दो जने आ जान, आप बैठ के उधर नूं मूँह करके बैठ जाइए, आप इत्थे भंगड़ा पाइए, इत्थे जो शैतानी करनी असीं शैतानी करिए, किसी ने कहना कुछ? सानू डर होऊगा किसी का? मैं कई बारी हाल च बड़े बड़े सत्संगी वेखे ने इत्थे बैठे कि जिहड़े इधर नूं पिठ करके उधर नूं मूँह करके बैठे हुंदे ने, लत्तां विछा के लम्मे पे हुंदे ने, किसी ने ऐ नूं प्यार कीते हुंदे ने, किसी ऐ नूं कीते हुंदे आ, बच्चे दौड़ दौड़ कदी ऐ करदे, किसी ने नहीं रोकिया। हुण आपां बैठे हैं ना सारे, क्योंकि उस तो बगैर डर आना ही नहीं। मन ने मन कहता जरूर है, करता वो चीज़ां है, पर जे वाकई ही इस चीज़ की होंदी तो फिर लोड़ की सी दे गुरु की? कदी कदी लोड़ सी सानू? ग्रंथ तो शुरू तो बड़े आ रहे हैं, फोटोआं पहलों तो थोड़ियां सी, किन्नियां फोटोआं किन्ने अवतार अज तक होए ने? काहदे वास्ते असीं गुरु के पास झोली फैला के असीं आउने हैं? अपने घरां दे कैलेंडर मिल जाते हैं, जितों के जोड़े मर्जी भावें संत महात्मा के लै लीए, गुरु नानक साहब का लै लीए, कबीर साहब जी का, रविदास जी का, स्वामी जी का, अपने सतगुरां जोड़े मर्जी ला के भगती कर सकते हैं। लोड़ हैगी कोई सानू? हाँ, जिन्हों फिक्र है ना अपनी, उन्होंने लोड़ पएगी, जिन्हों होएगा कि वाकई ही मैं निकलना इतों, क्योंकि इन्होंने कुछ नहीं कहना। मैं पिछे जो दसदा, अंदर गुरु महाराज जी का जोड़ा जिथे पिया है, गुरु महाराज का पलंग है, पिछे कोई सेवादार आए गुरु महाराज दे, मैं देखता पे उन्होंने, तो वो बच्चा सी छोटा जिहा नाल, उन्होंने बच्चा सी छोटा जिहा नाल, तो वो अंदर कोई नहीं सी बैठा, अंदर मत्था टेक के माता जी ने कहा अंदर बैठो। पहला तो वो जोड़े आप सी जिस तरह भी सी मत्था टेक रहे हैं, मैंने तो यह नहीं समझ आई कि जिन गुरु महाराज ने बचन फरमाए कि जिहड़ा डेरे दे विच कैद होकर बैठा है वो गुरु नहीं हैगा, तुहाडा गुरु तुहाडे नाल नाल है। गुरु महाराज जी आप भी देह स्वरूप होंगे कि फरमाते रहे कि बेटे परे होकर मत्था टेको, गोड्यां ते सिर ना मारो। वो जोड़े भी बच्चे से इदा करके पलंग के उत्ते हथ रख के ना ऐ करके, क्योंकि फोटो जी स्वरूप है वो पिछे करके लगा है, ऐ करके जिस तरह उन्होंने ऐ करके इदा का उन्होंने किया। चलो उस तो बाद दे विच वो बच्चा सी छोटा छोटा शैतानी करता फिरदा, 2 मिनट अपने कोई मोबाइल च लगे, दोवें जने, बच्चा दौड़ के आया, वो गुरु महाराज की गद्दी ते पैर रख के उत्ते चढ़ गया। ठीक है ना? चलो कोई नहीं वेख्या, जो उन्होंने वेख्या दौड़ के आए, उन्होंने फड़ के किया थले, चलो जी माड़ा जिहा फड़ के बिठा लिया। लेकिन गल कोई नहीं, मैं पहला क्या है कि बई ये सारिया चीज़ां सतगुरां ने बड़ियां खोल के समझाइया। पहला ये कोई मैनू लोड़ नहीं इन्ना कोई ज़्यादा विस्तार जान दी, आप सतगुरां दे वचन सब ने सुने आ, पर फिर वही वचन जिहड़े आए कि ये तो राह बड़ी आ टेढ़ी, मन के साथ ना पढ़ना।
ਜਦੋਂ ਅਸੀਂ ਮਨ ਨੂੰ ਅੱਗੇ ਕਰ ਲੈਂਦੇ ਹਾਂ ਤੇ ਫਿਰ ਅਸੀਂ ਮਨ ਦੀ ਹੀ ਚੱਲਦੀ ਹੈ। ਮੈਂ ਜਿੱਥੇ ਦੀ ਗੱਲ ਕਰ ਰਿਹਾ, ਜਦੋਂ ਆਪ ਪਿਛਲੇ ਹਫ਼ਤੇ ਬਾਹਰ ਗਏ, ਉੱਥੇ ਕੋਈ ਗੁਰੂ ਮਹਾਰਾਜ ਦੇ ਕੋਈ ਸੇਵਾਦਾਰ ਕੋਈ ਗੱਲ ਕਰ ਰਹੇ ਸੀ, ਬੈਠੇ ਸੀ ਆਪਾਂ ਸਾਰੇ, ਉਹ ਉਹਨਾਂ ਨੇ ਕੋਈ ਗੱਲ ਕੀਤੀ। ਮੈਂ ਕਿਹਾ ਸੱਚੀ ਦੱਸੋ, ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਕਿਹਨੂੰ ਮੰਨਦੇ ਹੋ। ਕਹਿੰਦੇ ਅਸੀਂ ਗੁਰੂ ਮਹਾਰਾਜ ਜੀ ਨੂੰ ਮੰਨਦੇ ਹਾਂ। ਮੈਂ ਕਿਹਾ ਕਿਹੜੇ ਗੁਰੂ ਮਹਾਰਾਜ ਜੀ? ਕਹਿੰਦੇ ਧਿਆਨਪੁਰ ਵਾਲਿਆਂ ਨੂੰ ਮੰਨਦੇ ਹਾਂ। ਮੈਂ ਕਿਹਾ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਕਿ ਤੁਸੀਂ ਨਹੀਂ ਮੰਨਦੇ। ਮੈਂ ਕਿਹਾ ਅਸੀਂ ਮੰਨਦੇ ਹਾਂ, ਜਿਸ ਤਰ੍ਹਾਂ ਸਾਡੇ ਆਪਣਾ ਇੱਕ ਮੈਂ ਕਿਹਾ ਅਸੀਂ ਆਪਣੇ ਵੱਡਿਆਂ ਦੇ ਮਗਰ, ਮੈਂ ਕਿਹਾ ਮੈਂ ਇੱਥੇ ਹਜ਼ਾਰਾਂ ਪਰਿਵਾਰ ਇੱਥੇ ਗੁਰੂ ਮਹਾਰਾਜ ਦੇ ਦਰਬਾਰ 'ਚ ਐਸੇ ਦੇਖੇ ਨੇ, ਉਹਨਾਂ ਨੂੰ ਨਾ ਵੱਡਿਆਂ ਨੇ ਜੋੜਿਆ ਗੁਰੂ ਦੇ ਨਾਲ, ਨਾ ਅੱਗੇ ਬੱਚੇ ਗੁਰੂ ਨਾਲ ਜੋੜੇ। ਅਸੀਂ ਸਾਰੇ ਪੀੜ੍ਹੀ ਦਰ ਪੀੜ੍ਹੀ ਆਪਣੇ ਹੀ ਪਰਿਵਾਰਾਂ ਨਾਲ, ਆਪਣੇ ਹੀ ਉਹਨਾਂ ਧਾਰਨਾਵਾਂ ਨਾਲ ਜੁੜੇ ਹਾਂ। ਬੜੇ ਬੱਚੇ ਮੈਂ ਦੇਖੇ ਐਸੇ, ਕਿਉਂਕਿ ਗੁਰੂ ਦੇ ਸਤਸੰਗ ਤੇ ਗੁਰੂ ਮਹਾਰਾਜ ਦੇ, ਚਾਹੇ ਤੁਸੀਂ ਪਹਿਲੇ ਸਰੂਪ ਦੇ ਕਹਿ ਲਓ, ਚਾਹੇ ਬਾਬਾ ਜੀ ਦੇ ਕਹਿ ਲਓ, ਚਾਹੇ ਬਾਣੀ ਦੇ ਰੂਪ 'ਚ ਕਹਿ ਲਓ, ਅੱਜ ਵੀ ਸਾਡੇ ਸਾਹਮਣੇ ਮੌਜੂਦ ਹੈ। ਉਹਨੇ ਤਾਂ ਝੂਠ ਨਹੀਂ ਬੋਲਣਾ। ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ ਹੈ ਕਿ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਬਚਨਾਂ ਦੀ ਗੱਲ ਕਰਦੇ ਹਾਂ, ਤੇ ਗੁਰੂ ਮਹਾਰਾਜ ਜੀ ਤਾਂ ਸਾਫ਼ ਬਚਨ ਫਰਮਾ ਰਹੇ ਨੇ, ਉਹਨਾਂ ਨੇ ਤਾਂ ਕੋਈ ਰੱਖਿਆ ਹੀ ਨਹੀਂ ਕਿਸੇ ਤਰ੍ਹਾਂ ਦਾ ਓਲਾ। ਪਰ ਜੇ ਅਸੀਂ ਆਪਣੇ ਵੱਡਿਆਂ ਦੇ, ਸਾਨੂੰ ਮਾਣ, ਮੈਂ ਕਈ ਵਾਰੀ ਵੇਖਿਆ ਹੈ ਕਿ ਸਾਨੂੰ ਮਾਣ ਗੁਰੂ 'ਤੇ ਨਹੀਂ ਹੈ, ਸਾਨੂੰ ਆਪਣੇ ਵੱਡਿਆਂ 'ਤੇ ਮਾਣ ਹੈ। ਮੈਂ ਕਈ ਵਾਰੀ ਬਚਨ ਕਰਦੇ ਹੋਣਗੇ, ਗੱਲ ਕਰਦੇ ਕਰਦੇ ਗੁਰੂ ਦੀ, ਆਪਣੇ ਹੀ ਇੱਦਾਂ ਸੀ, ਇੱਦਾਂ ਸਾਡੇ ਪਰਿਵਾਰ 'ਚ, ਸਾਡੇ ਪਰਿਵਾਰ 'ਚ ਇੱਦਾਂ, ਸਾਡੇ ਪਰਿਵਾਰ 'ਚ ਇੱਦਾਂ। ਗੁਰੂ ਨਾਲ ਕੌਣ ਜੁੜਿਆ? ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਤੁਹਾਡੇ ਪਰਿਵਾਰ 'ਚੋਂ ਅੱਜ ਹੀ ਕੋਈ ਬੰਦਾ, ਮੈਂ ਕਈ ਇੱਥੇ ਤੁਹਾਨੂੰ ਜੇ ਕਹੋ ਤਾਂ ਮੈਂ ਗਿਣ ਕੇ ਦੱਸ ਦਾਂਗਾ ਇੱਥੇ, ਕਿ ਜਿਹੜਾ ਘਰ ਦੇ ਵਿੱਚੋਂ ਇੱਕ ਮੈਂਬਰ ਹੀ ਜਿਹੜਾ ਨਿਹੰਗ ਹੋਇਆ, ਉਹਨੇ ਸਾਰਿਆਂ ਨੂੰ ਨਿਹੰਗ ਦਾ ਮਤਲਬ ਕਿ ਉਸ ਪਾਸੋਂ ਜਿਹੜਾ ਅਸੀਂ ਕਰ ਦਿੱਤਾ। ਕਿ ਇੱਕੋ ਹੀ ਬੰਦੇ ਨੇ ਕਿਹਾ ਕਿ ਉਹਨੂੰ ਉਹਦੀ ਮਨ ਦੀ ਕੋਈ ਆਈ, ਕੋਈ ਮਨ ਦੇ ਵਿੱਚ ਕੋਈ ਐਸੀ ਆ ਗਈ ਕੋਈ ਗੱਲਬਾਤ, ਉਹ ਕਹਿੰਦਾ ਮੈਂ ਨਹੀਂ ਡੇਰੇ ਜਾਂਦਾ, ਉੱਥੇ ਆ ਇੱਦਾਂ ਉੱਦਾਂ। ਕਿਸੇ ਨੇ ਸਮਝਾਇਆ ਨਹੀਂ, ਬੜੇ ਬੜੇ ਜਿਹੜੇ ਗੁਰੂ ਦੇ ਪਰਿਵਾਰ ਵਾਲੇ ਵੀ, ਕਿਸੇ ਨੇ ਵੱਡੇ ਨੇ ਨਹੀਂ ਇਹ ਸਮਝਾਇਆ ਕਿ ਗੁਰੂ ਦਾ ਵਚਨ ਕੀ ਆ, ਗੁਰੂ ਦੀ ਮੱਤ ਕੀ ਆ, ਗੁਰੂ ਦਾ ਵਚਨ ਕੀ। ਬਸ ਉਹੀ ਜੋ ਅਸੀਂ ਸਿਖਾਈ ਜਾਂਦੇ ਹਾਂ, ਔਰ ਉਹੀ ਅੱਗੇ ਬੱਚੇ ਸਿੱਖੀ ਜਾਂਦੇ ਪਏ ਨੇ। ਉਹਨੂੰ ਮੈਂ ਦੱਸਿਆ, ਮੈਂ ਕਿਹਾ ਬੱਚੇ ਕਿਉਂ ਦੁਖੀ ਆ, ਅਸੀਂ ਕਿਉਂ ਦੁਖੀ ਆ। ਮੈਂ ਕਿਹਾ ਬੱਚੇ ਗੁਰੂ ਦੇ ਨਹੀਂ ਆ, ਅਸੀਂ ਗੁਰੂ ਦੇ ਕੀਤੇ ਕਦੋਂ? ਮੈਂ ਕਿਹਾ ਅਸੀਂ ਤੇ ਆਪਣੇ ਬਣਾ ਕੇ ਰੱਖੇ, ਆਪ ਹੀ ਜੋ ਮੱਤ ਦਿੱਤੀ ਉਹੀ ਮੱਤ ਉਹਨਾਂ ਨੂੰ ਆਈ ਆ, ਜੋ ਅਸੀਂ ਕਰਦੇ ਰਹੇ ਉਹੀ ਉਹ ਕਰਦੇ ਪਏ ਨੇ। ਹੁਣ ਦੁੱਖ ਕਾਹਦਾ? ਜੇ ਵਾਕਈ ਗੁਰੂ ਦੇ ਬੱਚੇ ਹੋਣ, ਆਪਾਂ ਗੱਲ ਕਰਦੇ ਹਾਂ ਗੁਰੂ ਦੀ, ਗੁਰੂ ਦੇ ਬੱਚੇ ਕਦੀ ਹੋ ਸਕਦਾ ਵਾ ਕਿ ਦੁਨੀਆ ਵਾਲੇ ਆਮ ਕੰਮ ਕਰਨ? ਘਰਾਂ ਦੇ ਵਿੱਚ ਕੋਈ ਮਾਂ ਪਿਓ ਨਾਲ ਵਾਧੀ ਘਾਟੀ ਕਰੇ, ਜਾਂ ਕਿਸੇ ਤਰ੍ਹਾਂ ਕੋਈ ਗੱਲਬਾਤ ਹੋਵੇ, ਜਾਂ ਕੁਛ ਵੀ, ਉਹ ਤਾਂ ਸਿਰਫ ਗੁਰੂ ਦੇ ਉਸ ਰਸਤੇ 'ਤੇ ਚੱਲਣਗੇ। ਤੇ ਮਤਲਬ ਕੀ ਸੀ ਕਿ ਧਿਆਨ ਦੇਣ ਦੀ ਲੋੜ। ਮੈਂ ਗੱਲ ਕੀਤੀ ਸਤਸੰਗ ਦੀ। ਸਤਸੰਗ ਦੇ ਵਿੱਚ ਆਪਣਾ ਆਪ ਮਨ ਜਿਹੜਾ ਆਪਣਾ ਭੇਟ ਕਰਕੇ ਤੇ ਫਿਰ ਭਜਨ ਸੁਣੀਏ। ਜੇ ਅੰਦਰੋਂ ਕੋਈ ਭਾਂਡਾ ਖਾਲੀ ਹੋਏਗਾ ਤਾਂ ਕੁਛ ਅੰਦਰ ਜਾਏਗਾ। ਜੇ ਅੰਦਰ ਪਹਿਲਾਂ ਹੀ ਖਚਾ ਖਚ ਭਰਿਆ ਪਿਆ ਹੈ ਤੇ ਕੋਈ ਚੀਜ਼ ਅੰਦਰ ਨਹੀਂ ਜਾਂਦੀ। ਫਿਰ ਜਿਸ ਤਰ੍ਹਾਂ ਲੋਕੀ ਮਸਜਿਦਾਂ 'ਤੇ ਜਾਂਦੇ ਆ, ਜਿੱਦਾਂ ਕਬਰਾਂ 'ਤੇ ਜਾਂਦੇ ਆ, ਜਾਂ ਮਸੀਤਾਂ 'ਤੇ ਜਾਂਦੇ ਆ, ਸਾਡੇ 'ਚ ਵੀ ਕੋਈ ਫਰਕ ਨਹੀਂ ਹੈ। ਕਿਉਂਕਿ ਉਹ ਜਿਹੜਾ ਗੁਰੂ ਹੈ, ਠੀਕ ਹੈ, ਉਹਨਾਂ ਦੀ ਯਾਦਦਾਸ਼ਤ ਵਾਸਤੇ ਅਸੀਂ ਆਉਂਦੇ ਹਾਂ ਇੱਥੇ, ਕਿ ਸਾਡੇ ਗੁਰੂ ਮਹਾਰਾਜ ਜੀ ਇੱਥੇ ਬੈਠਦੇ ਸੀ, ਇੱਥੇ ਕਰਦੇ ਸੀ, ਇੱਥੇ ਆ ਸੀ। ਮੈਂ ਤੁਹਾਨੂੰ ਅੱਗੇ ਵੀ ਗੱਲ ਦੱਸੀ, ਇੱਕ ਵਾਰੀ ਕੋਈ ਸੇਵਾਦਾਰ ਗੁਰੂ ਮਹਾਰਾਜ ਜੀ ਦਾ, ਤੁਹਾਨੂੰ ਨਾਲ ਸ਼ਾਇਦ ਗੱਲ ਹੋਈ, ਗੁਰੂ ਮਹਾਰਾਜ ਦੀ ਕੋਈ ਸੰਗਤ ਆਈ ਤੇ ਦੀਪਾਂ ਜੀ ਬੈਠੇ ਆ, ਬੜੀ ਪੁਰਾਣੀ ਗੱਲ ਹੈ, ਸਤਸੰਗ ਹੋ ਰਿਹਾ ਸੀ, ਉਹ ਬੱਚੇ ਆਏ, ਆ ਕੇ ਤੇ ਬਾਹਰ ਖੜੇ ਹੋ ਗਏ ਡਿਓੜੀ ਤੋਂ ਥੋੜ੍ਹਾ ਅੱਗੇ ਆਣ ਕੇ। ਪਤਾ ਨਹੀਂ ਪਾਣੀ ਲੈਣ ਗਏ ਸੀ ਕਿ ਜਾਂ ਕੀ ਕਰਨ ਗਏ। ਉਹ ਸੇਵਾਦਾਰ ਕਹਿਣ ਲੱਗੇ, ਕੋਈ ਜਿਹੜੇ ਬੱਚੇ ਛੋਟੇ, ਕੋਈ ਸੇਵਾਦਾਰ ਬਹੁਤੇ ਵੱਡੇ ਨੇ, ਅੱਜ ਛੋਟੀ ਛੋਟੀ ਏਜ ਸੀ ਉਹਨਾਂ ਦੀ, ਪਰ ਮੈਂ ਜੋ ਉਹਨਾਂ ਦੇ ਘਰਾਂ 'ਚ ਹੁੰਦੀ ਆ, ਜੋ ਮੱਤ ਦਿੱਤੀ ਗਈ, ਮੱਤ ਤੇ ਉਹੀ ਲਈ ਨਾ। ਉਹ ਕਹਿਣ ਲੱਗੇ, ਇੱਥੇ ਖਲੋ ਗਏ, ਇਹ ਲੰਘਦੇ ਪਏ ਸੀ ਤੇ ਕਹਿਣ ਲੱਗੇ ਕਿ ਉਹ ਸਾਹਮਣੇ ਗੁਰੂ ਮਹਾਰਾਜ ਦਾ ਦਰਬਾਰ ਬੰਦ ਕਿਉਂ ਆ? ਹੁਣ ਵੀ ਜਿਸ ਤਰ੍ਹਾਂ ਹੁਣ ਅਸੀਂ ਸਤਸੰਗ 'ਤੇ ਆਏ, ਹੁਣ ਉੱਥੇ ਤਾਲਾ ਲੱਗਾ ਹੈ। ਕਹਿੰਦੇ ਉਹ ਦਰਬਾਰ ਬੰਦ ਕਿਉਂ ਆ? ਉਹ ਕਹਿੰਦੇ ਸਤਸੰਗ ਹੋ ਰਿਹਾ ਵਾ, ਸਾਰੇ ਜਣੇ ਉੱਧਰ ਨੇ ਤੇ ਕੋਈ ਇਸ ਕਰਕੇ ਨਹੀਂ, ਉਹਨੂੰ ਖੋਲ੍ਹੋ। ਇਹ ਕਹਿਣ ਲੱਗੇ ਕਿ ਤੁਸੀਂ ਸਤਸੰਗ ਹੁੰਦਾ ਪਿਆ, ਉੱਥੇ ਬੈਠ ਜਾਓ, ਉੱਥੇ ਮੱਥਾ, ਹੁਣੇ ਸਤਸੰਗ ਤੋਂ ਬਾਅਦ ਮਾਤਾ ਜੀ ਆਉਣਗੇ, ਦਰਵਾਜ਼ਾ ਖੋਲ੍ਹ ਦੇਣਗੇ। ਨਹੀਂ, ਕਹਿੰਦੇ ਅਸੀਂ ਤਾਂ ਉੱਥੇ ਹੀ ਮੱਥਾ ਟੇਕਣਾ ਹੈ। ਗੱਲਬਾਤ ਹੋਈ, ਪੁੱਛਿਆ ਗਿਆ ਉਹਨਾਂ ਨੂੰ ਕਾਹਦੇ ਵਾਸਤੇ? ਕਹਿੰਦੇ ਨਹੀਂ, ਉੱਥੇ ਗੁਰੂ ਮਹਾਰਾਜ ਜੀ ਬੈਠਦੇ ਰਹੇ ਨੇ, ਉੱਥੇ ਗੁਰੂ ਮਹਾਰਾਜ ਜੀ ਦੇ ਚਰਨ ਪਏ ਨੇ। ਗੱਲਬਾਤ ਹੋਈ, ਜਦੋਂ ਮੈਨੂੰ ਬਾਅਦ ਟਾਈਮ ਲੱਗਾ, ਉਹਨਾਂ ਨਾਲ ਬੈਠੇ, ਗੱਲਾਂ ਬਾਤਾਂ ਇਹੋ ਹੀ ਹੋ ਰਹੀਆਂ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬੇਟੇ ਮੈਨੂੰ ਇੱਕ ਗੱਲ ਦੱਸੋ ਵੀਰ ਜੀ, ਭਾਜੀ, ਕਿ ਗੁਰੂ ਮਹਾਰਾਜ ਜੀ ਦੇ ਚਰਨ ਗੇਟ 'ਤੇ ਨਹੀਂ ਸੀ ਪਏ ਬਾਹਰ?
ਜਾਂ ਜਿਹੜੇ ਰਸਤੇ ਤੁਸੀਂ ਤੁਰ ਕੇ ਆਏ ਉੱਥੇ ਗੁਰੂ ਮਹਾਰਾਜ ਦੇ ਚਰਨ ਨਹੀਂ ਪਏ? ਸਤਸੰਗ ਹਾਲ ਦੇ ਵਿੱਚ ਸਤਸੰਗ ਹੋ ਰਿਹਾ, ਉੱਥੇ ਚਰਨ ਨਹੀਂ ਪਏ? ਇਹ ਗੁਰੂ ਮਹਾਰਾਜ ਦਾ ਪਲੰਗ ਹੈ, ਇੱਥੇ ਸਤਸੰਗ ਸਭ ਨੂੰ ਜਿਹੜੇ ਪੁਰਾਣਿਆਂ ਨੂੰ ਪਤਾ ਹੁੰਦਾ ਰਿਹਾ ਏ। ਤੇ ਗੁਰੂ ਮਹਾਰਾਜ ਜੀ ਉੱਡ ਕੇ ਆਉਂਦੇ ਹੁੰਦੇ ਸੀ ਉੱਤੋਂ ਜਾਂ ਉੱਡ ਕੇ ਆ ਕੇ ਤੇ ਬੈਠ ਗਏ ਉੱਥੇ ਕਿ ਉੱਥੇ ਜਿਹੜੇ ਰਸਤੇ 'ਚ ਚਰਨ ਨਹੀਂ ਪਏ ਕਿਤੇ? ਪਰ ਪਹਿਲਾਂ ਤਾਂ ਸਾਨੂੰ ਚਰਨਾਂ ਦੀ ਗੱਲ ਦੀ ਨਹੀਂ ਪਤਾ ਲੱਗਾ। ਜਿਹੜੇ ਚਰਨਾਂ ਦੀ ਧੂੜ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੀ ਏ, ਉਹਦੇ ਬਾਰੇ ਨਹੀਂ ਸਮਝ ਲੱਗੀ ਕਿ ਗੁਰੂ ਦੇ ਚਰਨ ਕਿਹਨੂੰ ਕਹੇ ਨੇ। ਗੁਰੂ ਦੇ ਚਰਨ ਕਿਹਨੂੰ ਕਹੇ ਨੇ? ਅਸੀਂ ਸਾਰੇ ਹੀ ਦੇਖਦੇ ਹਾਂ ਕਿ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਨੂੰ ਕਈ ਵਾਰ ਹੱਥ ਲਾ ਕੇ ਕਈ ਵਾਰੀ ਕੀਤਾ, ਪਰ ਕੀ ਅਸੀਂ ਸਾਰੇ ਸੁਖੀ ਹੈਗੇ? ਕਈ ਵਾਰ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਵੀ ਰੱਖਿਆ ਹੋਊਗਾ, ਸੁਖੀ ਹੈਗੇ ਆ? ਮੈਂ ਪਿੱਛੇ ਸੰਗਰੂਰ ਗਿਆ ਸੀ, ਪਿਛਲੇ ਸਾਲ ਦੀ ਗੱਲ ਹੈ। ਉੱਥੇ ਕੋਈ ਗੁਰੂ ਮਹਾਰਾਜ ਦਾ ਸੇਵਾਦਾਰ ਕਹਿਣ ਲੱਗਾ ਕਿ ਮੈਨੂੰ ਗੁਰੂ ਮਹਾਰਾਜ ਜੀ ਨੇ, ਮੈਨੂੰ ਸਮਝ ਨਹੀਂ, ਗੁਰੂ ਮਹਾਰਾਜ ਜੀ ਨੇ ਇੰਨੇ ਬਚਨ ਛੱਡੇ ਸੀ। ਗੁਰੂ ਮਹਾਰਾਜ ਜੀ ਨੇ ਪਹਿਲੇ ਸਰੂਪ 'ਚ ਕਿਹਾ ਸੀ, ਤੂੰ ਇਹ ਮੇਰਾ ਬੱਚਾ ਹੈ, ਮੈਂ ਇਹਨੂੰ ਸਭ ਕੁਛ ਦਿੱਤਾ, ਮੈਂ ਇਹਨੂੰ ਸਭ ਕੁਛ, ਸਾਰੇ ਸੁੱਖ ਦਿੱਤੇ, ਸਭ ਕੁਛ ਕੀਤਾ, ਮੇਰੇ ਘਰ 'ਚ ਇੰਨਾ ਦੁੱਖ ਕਿਉਂ? ਮੈਂ ਕਿਹਾ ਬੇਟੇ ਆਪ ਵਿਚਾਰ ਕਰੋ, ਜਾਂ ਤਾਂ ਗੁਰੂ ਝੂਠਾ ਹੈ ਜਾਂ ਫਿਰ ਆਪਣੇ ਅੰਦਰ ਖੋਜ ਕਰੋ, ਇੱਕ ਗੱਲ ਤੇ ਮੰਨੋ ਨਾ। ਮੈਂ ਕਿਹਾ ਇਹ 'ਚ ਮੇਰੇ ਤਾਂ ਕੋਈ ਸਵਾਲ ਹੀ ਨਹੀਂ ਹੈ, ਮੈਂ ਜਵਾਬ ਤੁਹਾਨੂੰ ਕਾਹਦਾ ਦੇਵਾਂ ਕਿ ਮੇਰਾ ਤੇ ਤੁਹਾਡੇ ਨਾਲ ਕੋਈ ਨਾਤਾ ਨਹੀਂ। ਮੈਂ ਕੁਛ ਕਹਾਂਗਾ ਵੀ ਤੁਸੀਂ ਮੰਨਣਾ ਨਹੀਂ ਹੈਗਾ ਉਸ ਗੱਲ ਨੂੰ, ਕਿ ਤੁਸੀਂ ਆਪ ਕਹਿ ਰਹੇ ਹੋ ਕਿ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਮੈਂ ਆਪਣੇ ਬੱਚੇ ਨੂੰ ਸਭ ਕੁਛ ਦਿੱਤਾ, ਮੇਰਾ ਬੱਚਾ ਬਹੁਤ ਲਾਇਕ ਹੈ, ਮੈਂ ਇੱਦਾਂ ਉੱਦਾਂ, ਤੇ ਮੇਰੇ ਘਰ 'ਚ ਜਿੰਨਾ ਦੁੱਖ ਆ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈਗਾ। ਮੈਂ ਕਿਹਾ ਕਿ ਅਸੀਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਐਸਾ ਕੋਈ ਨਹੀਂ, ਕਿਉਂਕਿ ਸਤਿਗੁਰਾਂ ਨੇ ਫਰਮਾਇਆ ਕਿ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਧਾਰੇ ਵਿਪਰਨ ਕੀ ਰੀਤ ਤਉ ਨਹੀਂ ਕਰੂੰ ਇਸकी ਪ੍ਰਤੀਤ। ਸਾਫ਼ ਹੀ ਉਹਨਾਂ ਨੇ ਕਿਹਾ ਜਦੋਂ ਤੱਕ ਇੱਕ ਖਾਲਸਾ ਰਹੇਗਾ, ਨਿਆਰਾ ਰਹੇਗਾ, ਗੁਰੂ ਦੇ ਬਚਨਾਂ ਦੇ ਵਿੱਚ ਰਹੇਗਾ, ਗੁਰੂ ਦਾ ਸਿੱਖ ਬਣ ਕੇ ਰਹੇਗਾ, ਉਦੋਂ ਤੱਕ ਉਹ ਕਹਿੰਦੇ ਤਬ ਤੱਕ ਤੇਜ ਦਿਉ ਮੈਂ ਸਾਰਾ। ਹੁਣ ਗੁਰੂ ਦਾ ਸਿੱਖ ਹੋਵੇ, ਗੁਰੂ ਨੇ ਭਜਨ ਹੁਣ ਜਾ ਕੇ ਕਰ ਕੰਮ ਦੁਨੀਆ, ਗੁਰੂ ਮਹਾਰਾਜ ਦਾ ਇੱਕ ਸਤਸੰਗ ਹੈਗਾ, ਭਜਨ ਕਰ ਮਗਨ ਰਹੋ ਮਨ ਮੇਂ, ਉਹਦੇ ਵਿੱਚ ਸਤਿਗੁਰਾਂ ਨੇ ਬਚਨ ਫਰਮਾਏ ਨੇ ਕਿ ਜੇ ਸਿੱਖ ਗੁਰੂ ਦੇ ਬਚਨਾਂ 'ਤੇ ਚੱਲ ਰਿਹਾ ਹੈ, ਇਹ ਦੁਨੀਆ ਨਾਲੋਂ ਵੱਖਰਾ ਹੈ, ਅਤੇ ਇਹਦੇ 'ਤੇ ਗੁਰੂ ਦਾ ਕਾਨੂੰਨ ਜਿਹੜਾ ਲਾਗੂ ਹੁੰਦਾ ਹੈ। ਜੇ ਇਹ ਦੁਨੀਆ ਵਾਲੇ ਹੀ ਕੰਮ ਕਰਦਾ ਪਿਆ ਹੈ, ਗੁਰੂ ਨਾਲ ਇਹਦਾ ਕੋਈ ਮਤਲਬ ਹੀ ਨਹੀਂ ਆ, ਜੋ ਦੁਨੀਆ ਦੀ ਰਹਿਣੀ ਹੈ ਉਹ ਇਹਦੀ ਰਹਿਣੀ ਹੈ, ਅਤੇ ਫਿਰ ਜਿਹੜਾ ਦੁਨੀਆ ਦੇ ਉੱਤੇ ਕਾਨੂੰਨ ਹੈ ਉਹ ਕਾਨੂੰਨ ਇਹਦੇ 'ਤੇ ਵੀ ਲਾਗੂ ਹੁੰਦਾ ਹੈ। ਉਹਨਾਂ ਨੇ ਤਾਂ ਮੈਂ ਪਹਿਲਾਂ ਕਿਹਾ ਕੋਈ ਕਹਿਣ 'ਚ ਕਮੀ ਨਹੀਂ ਛੱਡੀ ਕਿਸੇ ਤਰ੍ਹਾਂ ਦੀ, ਪਰ ਲੇਕਿਨ ਸਾਨੂੰ ਸਮਝ ਹੀ ਨਹੀਂ ਇਸ ਚੀਜ਼ ਦੀ, ਕਿਉਂਕਿ ਅਸੀਂ ਸਤਿਗੁਰਾਂ ਦੇ ਬਚਨ ਕਦੀ ਸੁਣੇ ਹੀ ਨਹੀਂ ਹੈ, ਸੁਣ ਕੇ ਕਦੀ ਵਿਚਾਰੇ ਹੀ ਨਹੀਂ ਹੈ। ਮੈਂ ਕਈ ਵਾਰ ਕਿਹਾ ਹੈ, ਲੋਕ ਰਮਾਇਣ ਦਾ ਪਾਠ ਰਖਾਉਂਦੇ ਨੇ, ਗੀਤਾ ਦਾ ਰਖਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਨੇ, ਚਾਹੇ ਜੋ ਮਰਜ਼ੀ ਕਰੀ ਜਾਈਏ। ਬਾਣੀ 'ਚ ਉਹਨਾਂ ਨੇ ਫਰਮਾਇਆ ਕਿ ਪੜ੍ਹ ਗੱਡੀ ਲੱਦੀਏ ਜਾਂ ਕੁਛ ਵੀ ਕਿਸ ਤਰ੍ਹਾਂ, ਮੈਂ ਕਿਹਾ ਕਿ ਬਈ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਕਦੋਂ ਪੈਣਾ ਹੈ ਕਿ ਜਦੋਂ ਤੁਸੀਂ ਉਹ ਵਿਚਾਰ ਕਰੋਗੇ, ਉਹਨਾਂ ਦੀ ਜੋ ਬਾਣੀ ਜੋ ਕਹਿ ਰਹੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਾਂਚ ਬਣਾਓਗੇ, ਆਪਾਂ ਬਦਲਾਂਗੇ, ਅਤੇ ਫਿਰ ਉਹ ਫਰਕ ਪਏਗਾ। ਜੇ ਅਸੀਂ ਨਹੀਂ ਕਰਦੇ ਤਾਂ ਫਿਰ ਉਹੀ ਚੀਜ਼ ਹੈ, ਕੋਈ ਫਰਕ ਨਹੀਂ ਹੈਗਾ। ਇਸ ਕਰਕੇ ਫਰਮਾਇਆ ਉਹਨਾਂ ਨੇ ਕਿ ਯਹਾਂ ਤੁਮ ਸਮਝ ਸੋਚ ਕਰ ਚੱਲਣਾ। ਇਹ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿ ਆਪਾਂ ਚੱਲਣਾ ਹੈ, ਸਮਝ ਸੋਚ ਕੇ ਚੱਲਣਾ ਹੈ, ਕਿ ਜਾਂ ਭੇਡਾਂ ਚਾਲਦੀ ਤਰ੍ਹਾਂ ਚੱਲਣਾ ਹੈ। ਕਿ ਜਿੱਦਾਂ ਇੱਕ ਹੁੰਦਾ ਹੈ ਕਿ ਬਈ ਇੱਦਾਂ ਪਹਿਲਾਂ ਵੀ ਚੱਲਦੇ ਸੀ, ਹੁਣ ਵੀ ਆਪਾਂ ਇੱਦਾਂ ਹੀ ਚੱਲਣਾ ਵਾ। ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸਤਿਸੰਗ ਫਰਮਾਇਆ ਸੀ ਕਿ ਪੁਰਾਣੇ ਸਾਹਿਬ ਕਹਿੰਦੇ ਸਾਡੇ ਘਰ ਦੇ ਵੀ ਪਿੱਤਰਾਂ ਦੀ ਪੂਜਾ ਕਰਦੇ ਹੁੰਦੇ ਸੀ, ਸਾਡੇ ਘਰ ਦੇ ਵੀ ਦੇਵੀ ਦੀ ਪੂਜਾ ਕਰਦੇ ਹੁੰਦੇ ਸੀ, ਸਾਡੇ ਘਰ ਦੇ ਫਲਾਣੀ ਮਾਤਾ 'ਤੇ ਜਾਂਦੇ ਹੁੰਦੇ ਸੀ। ਬਸ ਠੀਕ ਹੈ, ਗੁਰੂ ਧਾਰ ਲਿਆ, ਪਰ ਟੇਕਾਂ ਉਹ ਪੁਰਾਣੀਆਂ ਚੱਲ ਰਹੀਆਂ ਸਾਰੀਆਂ, ਜੋ ਚੱਲ ਰਹੀਆਂ ਨੇ। ਫਿਰ ਗੁਰੂ ਦਾ ਤਾਂ ਮੈਂ ਪਹਿਲਾਂ ਕਿਹਾ ਫਿਰ ਕੋਈ ਮਤਲਬ ਹੀ ਨਹੀਂ ਉਸ ਚੀਜ਼ ਦਾ। ਜਿੱਦਾਂ ਬਾਕੀ ਦੇਵੀ ਦੇਵਤੇ ਸੀ, ਉੱਦਾਂ ਹੀ ਇੱਕ ਅਸੀਂ ਗੁਰੂ ਨੂੰ ਵੀ ਇੱਕ ਬਣਾ ਕੇ ਰੱਖ ਲਿਆ ਕਿ ਠੀਕ ਹੈ ਜੀ, ਉਸੇ ਤਰ੍ਹਾਂ ਨਮਸਕਾਰ ਕਰ ਲਓ, ਬਸ ਕਰ ਲਓ। ਅਤੇ ਉਹਨਾਂ ਨੇ ਫਰਮਾਇਆ ਕਿ ਜੇ ਤੋਂ ਰਾਹ ਬੜੀ ਅਤ ਟੇਢੀ ਮੰਨ ਕੇ ਸਾਥ ਨਾ ਪੜਨਾ। ਹੁਣ ਅੱਗੇ ਬਚਨ ਦੇ ਵਿੱਚ ਸਾਰੇ 'ਚ ਦੱਸਣਗੇ ਕਿ ਕੀ ਕਰਨਾ ਕੀ ਹੈ। ਇਹ ਨਾ ਤਾਂ ਦੱਸ ਦਿੱਤਾ ਕਿ ਮੰਨ ਕੇ ਸਾਥ ਨਾ ਪੜਨਾ, ਅਗਰ ਮੰਨ ਕੇ ਮਤੇ ਚਲੋ ਮਤ ਕੋਈ, ਸਤਿਗੁਰ ਕਹੇ ਕਰੋ ਤੁਮ ਸੋਈ, ਜੇ ਭਉ ਮੇ ਗੋਤੇ ਦਿਲਵਾਵੇ, ਮਿੱਤਰ ਨਾ ਜਾਣੋ ਵੈਰੀ ਪੂਰਾ, ਗੁਰ ਭਗਤੀ ਸੇ ਡਾਰੇ ਦੂਰਾ। ਮਨ ਦਾ ਹੋਰ ਕੋਈ ਕੰਮ ਨਹੀਂ ਆ, ਕੋਈ ਇਹਨੇ ਹੋਰ ਕੰਮ ਨਹੀਂ ਕਰਨਾ। ਜਿੱਥੇ ਮਰਜ਼ੀ ਬੈਠਾ ਹੈ, ਭਾਵੇਂ ਇੱਥੇ ਕੋਲ ਬੈਠਾ ਹੈ, ਡੇਰੇ ਦੇ ਵਿੱਚ ਬੈਠਾ ਹੈ, ਚਾਹੇ ਇਹ ਕੋਈ ਦੂਜੇ ਸ਼ਹਿਰ 'ਚ ਬੈਠਾ ਹੈ, ਚਾਹੇ ਬਾਹਰਲੇ ਦੇਸ਼ 'ਚ ਬੈਠਾ ਹੈ, ਇਹਦਾ ਇੱਕੋ ਹੀ ਕੰਮ ਮੰਨਦਾ ਹੈ ਕਿ ਇਹਨੇ ਜਦੋਂ ਵੀ ਕੋਈ ਸ਼ੈਤਾਨੀ ਕਰਨੀ ਇਹਨੇ ਗੁਰੂ ਵਾਲੇ ਪਾਸੋਂ ਦੂਰ ਕਰਨਾ ਹੈ। ਜਿਹਨੇ ਦੂਰ ਹੋਣਾ ਹੈ ਉਹਨੇ ਡੇਰੇ ਬਹਿ ਕੇ ਵੀ ਹੋ ਜਾਣਾ ਹੈ,
जिन्ने दूर होना उन्हें दूजे शहर च भी बह के हो जाना, जिन्ने दूर होना उन्हें भावें किते भी बैठा उन्हें भी हो जाना है। तो जिन्ने गुरु दे, मैं गल दस रहा सी, हर तरह के बच्चे ने, एक गुरमाई के कोई बच्चे उन्होंने भी उत्थे सत्संग होया घर च, बड़ी घर दे विच बीमारी रही, बड़े दुख भी रहे, लेकिन मैं बड़ा इस चीज़ का मैनू मतलब होया कि देखो, मैं वो भी कई ऐसे सेवादारों को वेखदा कि जरा जब बुखार हो जाता ना घर च, कोई माड़ी जी कोई गल हो जाती है, कोई अपनी मनमत करके घर च लड़ाई हो जाती है, तो सीधा मन की करता है गुरु वाली, गुरु ते ही दोष लाई जाता है। पर मैं कहना धन है ऐसे सिख, नमस्कार है उन्होंने भी जिन्होंने गुरु ते मान है, तो बई हर एक उन्होंने चीज़ को भाणा मन के कर रहे हैं, और सतगुरां की दया कृपा बई जिथे मर्जी। उन्होंने आप दसिया कहते 20-25 साल असीं टुटे रहे, पर सतगुरां ने फिर भी उन्होंने वालों, क्योंकि टुटे नहीं, अंदर वो भावना हैगी सी, बाहरों आया नहीं गया उन्होंने कोल, भावें इन्ना ज़्यादा डेरे दे विच सत्संग की भावें हाज़री नहीं भरी गई, पर अंदर भावना सी, घर रह के भी वो जुड़े रहे। और उन्हों का प्यार देख के, उन्हों दियां भावनावां देख के बड़ी खुशी हुई कि देखो कि मैं कई देखे कि कईयां तो फिर भी सत्संगियां तो उपर उन्हों का उस भावना जी, और घर बैठे अजे भी उन्होंने को जो कई बार नहीं आ जाता, कहन लगे गुरमर जी सत्संग की हाज़री सत्संग सुनते हैं, तो मन की भाव की गल दसी, कहते मन किसी गल तो परेशान होंदा, जिहड़ी मर्जी गल होंदी आ, अगर सत्संग जदों सुनीदा है, कहते सारे सवालों के जवाब साडे उस सत्संग होंदे ने। कहते मन तो शंकर नहीं तो कंकर, भावना होंदी है, प्यार होंदा है, तो सारा कुछ ही उहदे च मिल जाता है, नहीं होंदी तो नहीं कोई गल बनती। तो उन्होंने कहा कि मन के साथ ना पढ़ना, यदा ध्यान रखिए कि बई मन मत ना करी जाइए। उन्होंने कहा कि गुरु की मत लै आने, गुरु की मत लईए, मन मत ने अगे भी डुबिया सी, इन्हें हमेशा ही डुबना, ये करके ही डवां डोली, ये करके ही चक्कर च पे आ कि जो सतगुरां ने वचन किए कि पहला भी कई बार गुरु की गोद हंडाई, पहला भी नाम लिया, कई किया, पर उस चक्कर च फिर असीं पे काहदे वास्ते कि जो प्यार चाहिए, जो गुरु के वचनों की मनौत चाहिए है, वो नहीं बनती। तो अगे सतगुरां के वचन जो ने सुनिए कि अगे की सानू दस रहे हैं। हाँ जी बेटे अगे। पौ जल तार बहे अत गहरी, बिन गुर कैसे पार उतरना। गुरु से प्रीत करो तुम ऐसी, जस कामी कामन संग तरना। हाँ जी। संग करो चेटक चित राखो, मन से गुरु के चरण पकड़ना। हाँ जी। छल वल कपट छोड़ कर बरतो, गुरु के बचन समझना। हुण जदों तक छल कपट छड्डदे नहीं उन तक गुरु के बचन समझ नहीं आते है, क्योंकि तेल लाया हो ना शरीर के उत्ते, किते पानी पाई जो ऐ तिलक तिलक जिस तरह जाता है, इस तरह उस छल कपट की लह उत्ते जी तह लगी पई है, गुरु के बचन ऐ तिलक तिलक जाते हैं, अंदर त्रिप नहीं किते जाती हैगी। इस करके उन्होंने फरमाया कि भौजल तार बहे अत गहरी, बिन गुरु कैसे पार उतरना। हुण देखो इस चीज़ को समझना, दुनिया ते जिथे मर्जी घूम के वेख लीए, कोई बहुत घट शख्स ऐसे होंगे, नहीं तो सारी दुनिया गुरमां ने फरमाया सी किसी ना किसी मन्नी बैठी है, किसी ना किसी के अगे सिर झुकाउंदी है, हर एक का ही कोई ना कोई गुरु हैगा है। पर बाणी च की फरमाया है ना, पूरे गुरु की शोभा दसी है। सतगुरां ने वचन फरमाए कि मंगते गलियां च आटा फिरते हैं तो कहते हैं पा माई संतां नूं आटा, सारे ही वो बने बैठे ने। पर जे सतगुरां दे अपने आप को समर्पित करके, जिस तरह वचन उच्च है ना कि हम सर दीन, अं बेनती मंगला चरण पढ़ते हैं, की बेनती है
नीवें हो के, मतलब ये नहीं कि कोई रट्टा लाया तो बस बोल देती, पता ही नहीं बोलिया की है, विचार ही नहीं कि की बोल के हटे हैं। है कि हम सर दीन दयाल ना तुम सर, अब पत्यार क्या कीजिए। अपने आप को दीन कह के, उन्होंने दयाल कह के बेनती की कि सतगुरु जी मेरे वर्गा कोई भिखारी दीन कोई ऐसा गरीब नहीं हैगा, तो तुहाडे वर्गा कोई दयाल नहीं हैगा। तो अगे की क्या उन्होंने कि बचनी तोर मोर मन माने जन को पूर्ण कीजे। कहते मेरे ते बस बाकी बड़ी किरपा तुहाडी सब कुछ हैगा है, पर एको ही घाट है कि तुहाडे बचनां ते उत्ते मैं चल नहीं पाउंदा, मेरा मन तुहाडे बचन मनदा नहीं हैगा। तो उन्होंने कहा कि जन को पूर्ण कीजे, की पूर्ण कृपा की करो कि बचनी तोर मोर मन माने, कि जोड़े तुहाडे बचन ने वो मेरा मन मन जाए, इहो ही कृपा है। इसलिए जे उन्होंने बचनों के असीं नहीं आ पा रहे तो भावें जो मर्जी साडे कोल हैगा है, वेख लीए दुनिया सब कोई हैगा है, बड़े लोगों को हैगा है, पर गुरु की कृपा पैसे नाल नहीं तोली जाती, गुरु की कृपा पढ़ाई नाल नहीं तोली जाती, गुरु की कृपा तंदुरुस्तियां नाल नहीं तोली जाती, या गुरु की कृपा होर कोई परिवारां नाल नहीं तोली जाती। गुरु की कृपा एक वक्री ही है, वो एक वखरा ही एक सिख जिहड़ा गुरु का सिख जिहड़ा भावें करोड़ों च भी होवे, वखरा ही दिसदा है उस चीज़ का। तो उन्होंने फरमाया कि भौजल धार बड़े बहे अत गहरी, बिन गुरु कैसे पार उतरना, गुरु से प्रीत करो तुम ऐसी जस कामी कामन संग धरना। किहो जी प्रीत कही है, जिहड़े कामी पुरुष है उन्होंने काम अंदर हमेशा ही ठाठा मारदा रहिंदा है। उन्होंने अपन कामना जिहड़ियां जो भी उहदे मन च कामना हुंदी उन्होंने पूरी करने वास्ते ही मन कोई ना कोई हर वेले कोई ना कोई ताने बाने बुनदा रहिंदा है। किसी नूं भी किसी चीज़ की भी कामना है, तो जिस तरह कामी पुरुष दे विच मन दे विच कामना हुंदी, कोई उहनूं करन हर वेले उहदे वल ध्यान रहिंदा है। उन्होंने कहा कि गुरु से प्रीत करो तुम ऐसी, गुरु नाल प्रीत ऐसी होवे जिस तरह बाहर धियां पुत्रां नाल कोई प्यार हैगा, उन्हां नूं कोई उहदे नाल कोई कामना जुड़ी है, कोई नूं पैसे की हैगी है, किसी नूं होर कोई मन दे विच कोई हैगा है, तो 24 घंटे मन उत्थे घुमाई फिरदा है ना। कहंदे इस तरह गुरु की प्रीत भी बना लो कि तुरद्यां फिरद्यां खांद्यां पींद्यां कभी भी गुरु की प्रीत जिहड़ी घटे ना, फिर तो गुरु की प्रीत है। कि क्या गुरु से प्रीत करो तुम ऐसी जस कामी कामन संग धरना, संग करो चेटक चित राखो मन से गुरु के चरण पकड़ना। हुण इत्थे विचार करिए, मैं हुणे चरणों की गल कीती सी, मत्थे टेके सब ने चरणों ते, असीं कहने इत्थे चरण धरे ने, इत्थे चरण धरे ने, इत्थे गुरु महाराज जी ने अपना जो भी मतलब बाहरला जो भी कह लो साजो समान, पर सतगुरां ने की कह रहे हैं, हुण मन दे नाल मैनूं कोई फड़ के दसो। आ गुरमाई का पलंग पिया है, इनू मन ना फड़ के दसीए, गुरमाई के स्वरूप लगे ने, इनू मन ना फड़ के दसीए। हत्थां नाल ते फड़ लांगे, इदां इदां करके घुट के फड़ लांगे, इस तरह ही सतगुरुआं दे चरण भी इदां फड़ लांगे हत्थ नाल भी। पर जिहड़े गुरु महाराज जी ने फरमाउंदे सी परे हो के मत्था टेको बेटे, उत्ते ना आओ जा, कदे वास्ते सी, क्यों सानूं कहिंदे सी? उन्हां नूं कोई भार सी किसी गल दा? जिस तरह संसारी पुरुष कह दें कई बार नहीं मत्था टेकिया भार चढ़ता जी, आ जी ओ जी, भाई जिन्होंने गुरमाई टिकाउंदे कई बार आप मत्था फड़ के भी आम करके टिका देंगे। पर साडी हालत नूं कईयां नूं वेख के कई बार कहते पिछे हो के मत्था टेको बेटे, क्योंकि असीं कई बार बाहरों ही मत्थे टेकन नूं बड़ा समझते हैं। असीं ते गुरु के दर्शन किए, असीं गुरु के प्रसाद लए, असीं गुरु के कोल बैठे, असीं गुरु की गोद च बैठे। गुरु की गोद च बैठना की है? गुरु की गोद च बैठना कुछ होर गल है, ये बाहरों नहीं कि किसी ने गुरु महाराज ने सिर्फ करके कोई फड़ लिया तो कोई जफी पा गया, कहीं बड़ा जी कर लिया, वो कुछ होर गल है। तो उन्होंने फरमाया कि संग करो चेटक चित रखो। जे संग करते हैं, जिस तरह हम सत्संग कर रहे हैं, आप सत्संग के बैठे हैं, पर जे मन च चेटक होएगी, जिद्दां फिल्मां देखण जाने ना, कोई रंग तमाशे देखण जाने, घूमण जाने, शिमले डलहौजी घूमण जाने, तो किदां एक एक सीन जिहड़ा हुंदा है कि बस इनू जी कैद कर लीए किसी तरह, मन च चाह हुंदा है, चेटक हुंदी है। हुण सत्संग च बैठ के मन कई बार मैं पहलां जिस तरह बेनती की थी, उचाट ही रहिंदा है। सब कुछ सुन के बाद पूछिए, विचार करके देखिए की सत्संग आया, की वचन आया, कई बार कहते याद नहीं, पता नहीं की गल,
क्योंकि चेटक नहीं हैगी। मैं कई बार गल दसी है, तुसी कोई ड्रामा, कोई फिल्म, कोई नाटक वेखते हो, मेरा ख्याल कई एपीसोड आते हैं, जे उन्होंने इकट्ठिया किया जाए तो हो सकता कि 20-20 घंटे 40-40 घंटे का वो सीरीयल बन जाए। तो कई पुछ लो ना, पूरे एक पहले सीरीज तो लैके लास्ट तक ऐ स्टोरी सुना देंगे है पूरी। हुण कभी रिपीट भी नहीं किया होंगे, कभी एक बारी देखा होंगे उन्होंने, पर पूरी की पूरी स्टोरी क्यों सुना देंगे आ कि चेटक है उस उन्होंने चीज़ों की, चाह है उन्होंने चीज़ों की, वो तस्वीर छपदी जाती है नाल नाल। इस तरह जे सतगुरां दे बचनों की चेटक होएगी, वाकई ही प्यार होएगा, तो नाल ही बचन छपदे जाणगे हिरदे च, हो ही नहीं सकता कभी वो भुल्लण। होर तां कई बार सानू कई कह दें आपां सानू नाम ही भुल गया जी, क्योंकि सस्ता मिल गया ना। इस करके उन्होंने फरमाया कि संग करो चेटक चित राखो, मन से गुरु के चरण पकड़ना, छल कपट छोड़ कर वरतो। फिर एक हदायत की है कि बई जे वरतना ही है ना गुरु नाल, तो फिर छल छड्ड के वरतो। बाहरों मत्थे टेकन ना कुछ नहीं मिलना, बाहरों झोलियां फलाइयां ना वो प्रसाद नहीं मिलना, चौं तक मन दे विच वो कपट है, मन दे विच वो मैल है, उन तक नहीं वो प्रसाद की नहीं गल बननी हैगी। इस करके फरमाया छल कपट छोड़ कर वरतो, गुरु के बचन समझना। गुरु की बचन करता है उन्होंने समझिए। सतगुरां कोलों जिस तरह उन्होंने फरमाया ना कि बचनी तोर मोर मन माने, जन को पूर्ण कीजिए। सतगुरां दे अगे बेनती कराया करिए कि सतगुरु जी साडा दिमाग नहीं काम करता है, कुछ भी नहीं समझ आती, तुसीं की समझाउणा चाहुंदे हो, काम उही करी जांदा है। जिस तरह कहते ना सारी रात रामायण पढ़ते रहे, सुनते रहे, तो सवेरे उठ के पुछते राम की लगता है सीता का, तो वो चीज़ होंगी है, पता मन फिर उत्थे का उत्थे ही रहिंदा। तो सतगुरां दे अगे बेनती प्यार दे नाल ये पढ़िया करिए कि सतगुरु जी कृपा करो, बचनों की कोई समझ लगे, कि जिस तरह अपना कि गुरु के बचन समझना, गुरु के बचन तां ही समझे जो छल छड्ड के प्यार आएगा ना। प्यार की कोई भाषा नहीं होंगी। कई बार असीं कह दिंदे आ सत्संग नहीं समझ लगा, आ सत्संग नहीं समझ लगा, मैं कहना कि बोलियां नूं भी समझ लग जाती है जे प्यार होवे मन दे विच। जो चेटक होएगी ना अंदर, तो वो भी उन्होंने भी पता लग जाता है। हाँ जी अगे छल वल कपट छोड़ कर बरतो, गुरु के बचन समझना, डरते रहो काल के बैसे, खबर नहीं कब मरना, श्वासो श्वास होश कर बोरे, पल पल नाम सिमरना। हाँ जी। यहाँ की गफलत बहुत सतावे, फिर आगे कुछ नहीं बन पड़ना। कहते तब पछताए क्या होत जब चिड़िया चुग गई खेत। इत्थे तो सिफारिशां ਜਾਂ टाइम कई इत्थे टाइम तो इत्थे भी नहीं कोई मिलता जे एक बार निकल जाए, पर बई ये जो सुनहरी मौका जी मनुखा देही मिली है, कहते जी एक बार निकल गई, क्यों उन्होंने बाणी फरमाया कि इस पौड़ी से जो नर चुके आए जाए दुख पाएदा। पता नहीं हो सकता है साडे कर्म तो कभी हो ही नहीं सकते, वो जोड़े लैन सतगुरां की दया हुई, पता नहीं कि कित्थे उन्होंने नज़र दृष्टि पई, किते चरनां की धूड़ मिली, तो रुलद्यां खुलद्यां नूं मनुखा जन्म मिल गया। पर सतगुरां दे अगे बेनती करके उन्होंने एहसान समझ के तो उन्होंने करिए। उन्होंने कहा कि डरते रहो काल के पैसे, खबर नहीं कब मरना। पता नहीं किहड़े वेले काल का जिहड़ा सुनेहा आ जाना है, किहड़े वेले वो सिर ते काल ने बह जाना है, तो बई इस टाइम का फायदा उठाइए। अगे फरमाया श्वासो श्वास होश कर बोरे, पल पल नाम सिमरना। कहते श्वास श्वास के नाल कोई ये ना सोचिए कि कोई गल नहीं हजे आ काम पूरे हो जाए, आ चीज़ां हो जाए, फिर विचार करते हैं, फिर देखते हैं। जिस तरह बाकी कामों का नहीं पता लगता, तो ये वास्ते भी टाइम नालों नाल ही कढ़ना पैना है। जिस तरह
ਨਾਲ ਹੀ ਘਰ ਦੀ ਸਫਾਈਆਂ ਕਰਦੇ ਹਾਂ, ਨਾਲ ਹੀ ਰੋਟੀ ਪਾਣੀ ਪਕਾਈ ਜਾਂਦੇ ਹਾਂ, ਨਾਲ ਹੀ ਬੱਚਿਆਂ ਨੂੰ ਪੜ੍ਹਾਈ ਜਾਂਦੇ ਹਾਂ, ਨਾਲ ਹੀ ਬਿਜ਼ਨਸ ਦੇਖੀ ਜਾਂਦੇ ਹਾਂ, ਨਾਲ ਹੀ ਰਿਸ਼ਤੇਦਾਰਾਂ ਦੀਆਂ ਚੀਜ਼ਾਂ ਨੂੰ ਭੁਗਤਾਈ ਜਾਂਦੇ ਹਾਂ। ਅਤੇ ਬਈ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਬਚਨ ਵੀ ਜਿਹੜੇ ਆ ਨਾਲ ਹੀ ਹੋਣੇ ਆ। ਉੱਥੇ ਵੀ ਸੁਣਾਈ ਸੀ, ਕੋਈ ਬੱਚੇ ਨੇ ਜਿਹਦੀ ਮੈਂ ਗੱਲ ਕਰ ਰਿਹਾ, ਉਹ ਕਹਿਣ ਲੱਗੇ ਕਿ ਉਹਨੂੰ ਇਹੋ ਹੀ ਗੱਲ ਸੁਣਾਈ। ਉਹ ਕਹਿਣ ਲੱਗੇ ਕਿ ਮਹਾਰਾਜ ਜੀ ਪਹਿਲਾਂ ਇੱਦਾਂ 25 ਸਾਲ ਜਾਂ ਕੁਛ ਵੀ ਪਤਾ ਨਹੀਂ ਇੱਦਾਂ ਟਾਈਮ ਇੱਦਾਂ ਲੰਘ ਗਿਆ, ਅਤੇ ਹੁਣ ਸਤਿਗੁਰ ਕਿਰਪਾ ਕਰਨ ਹੁਣ ਨਾ ਇਹ ਚੀਜ਼ ਹੋਵੇ। ਮੈਂ ਕਿਹਾ ਬੇਟੀ ਹਾਂ ਠੀਕ ਹੈ, ਕਈ ਵਾਰੀ ਸਾਡੇ ਟਾਈਮ ਬੜਾ ਸਾਡਾ ਇਸੇ ਚੀਜ਼ 'ਚ ਲੰਘ ਜਾਂਦਾ ਹੈ। ਉਹ ਜਿਹੇ ਨਾ ਜਿਹੜੇ ਘੋੜਾ ਜਿਹੜਾ ਪਾਣੀ ਪੀਂਦਾ, ਜਦੋਂ ਦਾ ਰਾਜਾ ਬੈਠਾ ਹੁੰਦਾ ਉੱਪਰ, ਅਤੇ ਉਹ ਟਿੰਨਾਂ ਵਾਲਾ ਜਿਹੜਾ ਖੂਹ ਹੁੰਦਾ ਉਹ ਚੱਲ ਰਿਹਾ ਹੁੰਦਾ, ਠੱਕ 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 ਦੀ ਆਵਾਜ਼ ਆਉਂਦੀ ਹੈ। ਰਾਜਾ ਕਹਿੰਦਾ ਕਿਸਾਨ ਨੂੰ ਖੂਹ ਬੰਦ ਕਰ, ਇਹਨੂੰ ਜਿਹੜੀ ਜੋਗ ਹੈ, ਅਤੇ ਬਈ ਮੇਰੇ ਘੋੜੇ ਨੇ ਪਾਣੀ ਪੀਣਾ, ਇਹ ਡਰਦਾ ਜਦੋਂ ਠੱਕ ਠੱਕ ਹੁੰਦੀ ਹੈ। ਉਹ ਕਹਿਣ ਲੱਗਾ ਕਿ ਰਾਜਾ ਸਾਹਿਬ ਜੇ ਮੈਂ ਇਹਨਾਂ ਨੂੰ ਬੰਦ ਕਰਤਾ, ਇਹ ਠੱਕ ਠੱਕ ਬੰਦ ਹੋਣੀ, ਨਾਲ ਪਾਣੀ ਵੀ ਬੰਦ ਹੋ ਜਾਣਾ ਵਾ। ਕਹਿੰਦਾ ਪਾਣੀ ਪੀਣਾ ਤੇ ਠੱਕ ਠੱਕ 'ਚ ਪੀਣਾ ਪੈਣਾ ਵਾ, ਉੱਦਾਂ ਨਹੀਂ ਪਾਣੀ। ਜੇ ਅਸੀਂ ਸੋਚੀਏ ਕਿ ਇੱਕ ਇਹੋ ਜਿਹਾ ਸਮਾਂ ਆਏਗਾ ਜਦੋਂ ਸਭ ਕੁਝ ਠੀਕ ਹੋਊਗਾ, ਮਨ ਵੀ ਠੀਕ ਹੋ ਜਾਊਗਾ, ਬੱਚੇ ਸੈੱਟ ਹੋ ਜਾਣਗੇ, ਡਿਊਟੀਆਂ ਖਤਮ ਹੋ ਜਾਣਗੀਆਂ ਸਾਰੀਆਂ, ਫਿਰ ਅਸੀਂ ਬਹਿ ਕੇ ਭਗਤੀ ਕਰਾਂਗੇ, ਤਾਂ ਉਹ ਕਹਿੰਦੇ ਇਹੋ ਜਿਹਾ ਸਮਾਂ ਕਦੀ ਨਹੀਂ ਆਉਂਦਾ। ਇਹ ਠੱਕ ਠੱਕ ਜਿਹੜੀ ਇਹਦੇ ਨਾਲ ਹੀ ਇਹ ਕੰਮ ਕਰਨਾ ਪੈਣਾ ਹੈ। ਅਤੇ ਸਤਿਗੁਰ ਦਇਆ ਕਰਕੇ ਕਰਵਾਉਂਦੇ ਨੇ ਸਭ ਕੁਛ। ਤੇ ਮੈਂ ਫਰਮਾਇਆ ਕਿ ਸਵਾਸੋ ਸਵਾਸ ਹੋਸ਼ ਕਰ ਬੋਰੇ, ਪਲ ਪਲ ਨਾਮ ਸਮਰਨਾ, यहाँ की गफलत बहुत सतावे, फिर आगे कुछ नहीं बन पड़ना। ਕਹਿੰਦੇ ਅੱਗੇ ਜਾ ਕੇ ਅਸੀਂ ਸੋਚੀਏ ਕਿ ਸਾਨੂੰ ਹੁਣ ਮੌਕਾ ਮਿਲ ਜੇ, ਇੱਕ ਵਾਰੀ ਮੌਕਾ ਮਿਲ ਜੇ, ਆਪਾਂ ਹੁਣ ਸਮਝ ਲੱਗ ਗਈ ਹੈ, ਕਹਿੰਦੇ ਉਦੋਂ ਨਹੀਂ ਗੱਲ ਬਣਨੀ, ਉਦੋਂ ਤਾਂ ਹੋ ਗਿਆ ਜਿਹੜਾ ਟਾਈਮ ਲੰਘ ਗਿਆ। ਹਾਂਜੀ। जो कुछ बने सो अभी बनाओ, फिर का कुछ ना भरोसा तरना। जग सुख की कुछ चाह न रखो, दुख में इसके दुखी न रहना। दुख की कड़ी गनीमत जानो, नाम गुरु का छिन छिन भजना। ਹੁੰਦੇ ਨੇ ਜੋ ਕੁਛ ਬਣੇ ਸੋ ਅਭੀ ਬਣਾਓ। ਜਿਸ ਤਰ੍ਹਾਂ ਅਸੀਂ ਘਰਾਂ ਦੇ ਕੰਮ ਕਰਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਕਦੇ ਇਹ ਨਹੀਂ ਕਿਹਾ ਕਿ ਹੁਣ ਤੂੰ ਬੇਟੇ ਐਂ ਡਟ ਕੇ ਕੰਮ ਕਰੀ ਜਾ, ਅਤੇ ਕੋਈ ਗੱਲ ਨਹੀਂ ਸਿਹਤ ਦਾ ਬਾਅਦ 'ਚ ਖਿਆਲ ਰੱਖ ਲਾਂਗੇ। ਜਾਂ ਤੂੰ ਪੜ੍ਹਾਈ ਕਰੀ ਜਾ ਸਾਰੀ ਉਮਰ, ਅਗਲੇ ਜਨਮ ਦੇ ਵਿੱਚ ਤੈਨੂੰ ਵੱਡੀ ਪਦਵੀ ਮਿਲੇਗੀ। ਪਤਾ ਹੈ ਕਿ ਜੋ ਕੁਛ ਬਣਨਾ ਇਹਦੇ ਵਿੱਚ ਹੀ ਕਰਨਾ ਪੈਣਾ। ਜੇ ਕਮਾਉਣਾ ਵੀ ਹੋਣਾ ਅਤੇ ਖਾਣਾ ਵੀ ਹੋਣੀ ਹੈ। ਜੇ ਪੜ੍ਹਾਈਆਂ ਲਿਖਾਈਆਂ ਵਿੱਚ ਕਰਨੀਆਂ ਨੇ ਜਾਂ ਕੁਛ ਵੀ ਕਰਨਾ ਹੈ, ਅਤੇ ਨਾਲ ਜਿਹੜੇ ਬਾਕੀ ਵੀ ਕੰਮ ਆ ਉਹ ਵੀ ਨਾਲ ਹੀ ਹੋਣਗੇ, ਕੋਈ ਬਾਅਦ ਦੇ ਵਿੱਚ ਨਹੀਂ ਹੋਣਾ। ਕਿ ਜੇ ਐਸ 'ਚ ਕਰ ਲਈਏ ਕਿ ਬੜੀ ਕੋਈ ਕਮਾਈ ਕਰ ਲਈ ਆ, ਅਗਲੇ ਜਨਮ 'ਚ ਐਂ ਬਹਿ ਕੇ ਖਾਵਾਂਗੇ, ਉਹ ਨਹੀਂ ਗੱਲ ਬਣਨੀ ਹੈਗੀ। ਮੈਂ ਫਰਮਾਇਆ ਕਿ ਜੋ ਕੁਛ ਬਣੇ ਸੋ ਅਭੀ ਬਣਾਓ, ਫਿਰ ਕਾ ਕੁਛ ਨਾ ਭਰੋਸਾ ਧਰਨਾ, ਜਗ ਸੁਖ ਕੀ ਕੁਛ ਚਾਹ ਨਾ ਰੱਖੋ, ਦੁੱਖ में इसके दुखी ना रहना। ਦੁੱਖ ਕੀ ਘੜੀ ਗਨੀਮਤ ਜਾਨੋ, ਨਾਮ ਗੁਰੂ ਕਾ ਛਿਨ ਛਿਨ ਭਜਨਾ। ਕਿਉਂਕਿ ਦੋ ਹੀ ਤਾਂ ਚੀਜ਼ਾਂ, ਸੁੱਖ ਜਾਂ ਦੁੱਖ। ਸੁੱਖਾਂ 'ਚ ਵੀ ਗੁਰੂ ਭੁਲਾ ਦਿੰਦਾ ਹੈ, ਸੁੱਖ ਵੀ ਭੁਲਾ ਦਿੰਦੇ ਅਤੇ ਦੁੱਖ ਵੀ ਭੁਲਾ ਦਿੰਦੇ ਆ। ਬਹੁਤੇ ਸੁੱਖ ਹੋਣ ਬੜੇ ਐਸੇ, ਤੁਹਾਡੇ ਕਈ ਧਿਆਨ ਲਗਾਓਗੇ ਐਸੇ ਸਾਹਮਣੇ ਆਉਣਗੇ ਕਿ ਜਿਨ੍ਹਾਂ ਨੇ ਸਤਿਗੁਰਾਂ ਨੇ ਦਇਆ ਕਰਕੇ ਬੜੇ ਐਂ ਥੱਲਿਓਂ ਤਾਂ ਚੁੱਕ ਕੇ ਬਾਦਸ਼ਾਹੀਆਂ ਬਖਸ਼ ਦਿੱਤੀਆਂ। ਅੱਜ ਗੁਰੂ ਭੁੱਲਾ ਬੈਠਾ ਉਹਨਾਂ ਨੂੰ। ਪਾਰਟੀਆਂ ਹੋ ਰਹੀਆਂ ਨੇ, ਕਲੱਬ 'ਚ ਜਾ ਰਹੇ ਨੇ, ਐ ਸਭ ਕੁਛ ਹੋ ਰਿਹਾ ਹੈ, ਪਰ ਗੁਰੂ ਭੁੱਲ ਗਿਆ। ਜੇ ਦੁੱਖ ਹੁੰਦਾ ਹੈ ਫਿਰ ਗੁਰੂ ਨਾਲ ਰੋਸੇ, ਫਿਰ ਗੁਰੂ ਦੇ ਉੱਤੇ ਲਾਂਭੇ, ਫਿਰ ਬਸ ਉਹਨਾਂ ਚੀਜ਼ਾਂ ਦੇ ਵਿੱਚ ਗੁਰੂ ਤੋਂ ਪਛਾਣ ਹੋ ਜਾਂਦੇ ਆ। ਉਹਨਾਂ ਨੇ ਫਰਮਾਇਆ ਕਿ ਜਗ ਸੁੱਖ ਕੀ ਕੁਛ ਚਾਹ ਨਾ ਰੱਖੋ, ਦੁੱਖ में इसके दुखी ਨਾ ਰਹਿਣਾ। ਕਿ ਬਈ ਕਿਸੇ ਵੀ ਚੀਜ਼ ਦੀ, ਜੋ ਵੀ ਸਤਿਗੁਰ ਜਿੱਦਾਂ ਚਲਾ ਰਹੇ ਨੇ ਉਹ ਸਾਡੇ ਫਾਇਦੇ ਵਾਸਤੇ ਹੀ ਹੈ। ਜੇ ਸੁੱਖ ਹੈ ਤਾਂ ਉਹਨਾਂ ਦਾ ਸ਼ੁਕਰਾਨਾ ਕਰੀਏ, ਜੇ ਦੁੱਖ ਹੈ ਤਾਂ ਉਹਨਾਂ ਨੂੰ ਬੇਨਤੀ ਕਰੀਏ। ਅੱਗੇ ਫਰਮਾਇਆ ਕਿ ਦੁੱਖ ਕੀ ਘੜੀ ਗਨੀਮਤ ਜਾਨੋ। ਕਾਹਦੇ ਵਾਸਤੇ ਕਿਹਾ ਗਨੀਮਤ ਜਾਨੋ? ਉਹ ਤਾਂ ਕਹਿੰਦੇ ਕਿ ਦੁੱਖ ਦੀ ਘੜੀ ਚੰਗੀ ਹੈ ਸਾਡੀ, ਸਗੋਂ ਕਾਹਦੇ ਵਾਸਤੇ? ਕਿ ਨਾਮ ਗੁਰੂ ਕਾ ਛਿਨ ਛਿਨ ਭਜਨਾ। ਜਦੋਂ ਕੋਈ ਨਹੀਂ ਨਾ ਲੱਭਦਾ, ਕੋਈ ਆਸਰਾ ਨਹੀਂ ਹੁੰਦਾ, ਗੁਰੂ ਹੀ ਯਾਦ ਆਉਂਦਾ। ਸਾਰੇ ਆਸਰੇ ਛੁੱਟ ਜਾਂਦੇ ਨੇ ਜਦੋਂ,
ਸਾਰੇ ਪਾਸੋਂ ਜਦੋਂ ਰਹਿ ਜਾਂਦੀ ਏ ਫਿਰ ਬੰਦਾ ਕਹਿੰਦਾ ਕਿ ਬਸ ਸਤਿਗੁਰੂ ਜੀ ਤੁਸੀਂ ਦਇਆ ਕਰੋ, ਹੁਣ ਬਾਂਹ ਪਕੜੋ ਮੇਰੀ। ਕਹਿੰਦੇ ਉਹ ਫਿਰ ਮਾੜਾ ਕਿੱਦਾਂ ਹੋਇਆ, ਕਿਉਂਕਿ ਮੇਨ ਕੰਮ ਇਹੋ ਹੀ ਸੀ। ਸਤਿਗੁਰਾਂ ਨੇ ਕਿਉਂ ਫਰਮਾਉਣਾ ਕਿ ਬਈ ਮੰਜੀ ਦਾ ਇੱਕ ਪਾਵਾ ਚੁੱਕੀ ਰੱਖਦੇ ਨੇ। ਅਸੀਂ ਉਹਨਾਂ ਕੋਲੋਂ ਝੋਲੀਆਂ ਭਰਵਾਉਣ ਵਾਸਤੇ ਆਉਂਦੇ ਸੁੱਖਾਂ, ਤੇ ਉਹਨਾਂ ਨੂੰ ਕੀ ਮੰਜੀ ਦਾ ਪਾਵਾ ਹੀ ਚੁੱਕਣ ਵਾਸਤੇ। ਪਰ ਕਿਉਂ? ਅਸਲੀ ਹਿੱਤ ਆ ਕਿ ਜਾਗਦੇ ਰਹੋ। ਉਹਨਾਂ ਨੇ ਫਰਮਾਇਆ ਸੀ ਕਿ ਬਈ ਚੌਂਕੀਦਾਰ ਹੁੱਕਾ ਦਈ ਜਾਂਦਾ, ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ। ਜਿਹੜਾ ਤਾਂ ਜਾਗਦਾ ਰਹਿੰਦਾ ਹੈ ਉਹ ਬਚ ਜਾਂਦਾ ਹੈ, ਜਿਹੜਾ ਸੌਂ ਜਾਂਦਾ ਉਹ ਲੁੱਟਿਆ ਜਾਂਦਾ ਹੈ। ਹੁਣ ਇਸੇ ਤਰ੍ਹਾਂ ਹੀ ਸਤਿਗੁਰ ਤੇ ਫਰਮਾਉਂਦੇ ਨੇ ਮੰਜੀ ਦਾ ਪਾਵਾ ਕੁਛ ਉਹ ਸਾਨੂੰ ਕੋਈ ਦੁੱਖ ਦੇਣ ਵਾਸਤੇ ਨਹੀਂ ਚੁੱਕਦੇ, ਸਿਰਫ ਇਸ ਕਰਕੇ ਜਦੋਂ ਅਸੀਂ ਗਫਲਤ ਦੀ ਨੀਂਦ ਸੌਂਦੇ ਹਾਂ ਉਹ ਫਿਰ ਥੋੜ੍ਹਾ ਜਿਹਾ ਕੁਛ ਨਾ ਕੁਛ ਕਿਸੇ ਪਾਸੋਂ ਕਰਦੇ ਨੇ ਕਿ ਇਹਨੂੰ ਹੋਸ਼ ਆਵੇ। ਪਰ ਹੋਸ਼ ਵੀ ਸਤਿਗੁਰ ਦਇਆ ਕਰਨ ਨੂੰ ਪਹਿਲਾਂ ਕਿਹਾ ਕਿ ਬਹੁਤ ਉਹਨਾਂ ਦੀ ਦਇਆ ਕਿਰਪਾ ਦੀ ਲੋੜ ਹੈ। ਇੱਥੇ ਮਨ ਐਸੀਆਂ ਐਸੀਆਂ ਘੁੰਮਣ ਘੇਰੀਆਂ ਐਸੇ ਐਸੇ ਚੱਕਰ ਵੀ ਉਹ ਰਚਦਾ ਏ, ਮਤਲਬ ਆਉਣ ਹੀ ਨਹੀਂ ਦਿੰਦਾ ਉਸ ਪਾਸੇ ਨੂੰ, ਜਾਣ ਹੀ ਨਹੀਂ ਦਿੰਦਾ। ਨਵੀਂ ਤੋਂ ਨਵੀਂ ਕੋਈ ਨਾ ਕੋਈ ਦਲੀਲ, ਨਵੀਂ ਤੋਂ ਨਵੀਂ ਕੋਈ ਗੱਲ, ਬਸ ਇਹਨੇ ਗੁਰੂ ਵਾਲੇ ਪਾਸੇ ਨਹੀਂ ਆਉਣ ਦੇਣਾ ਬਸ। ਤੇ ਸਤਿਗੁਰ ਕਿਰਪਾ ਕਰਨ, ਦਿਆ ਕਰਨ। ਮਤ ਕਿਉਂ ਕਹਿੰਦਾ ਹੈ ਕਿ ਹਿਰਦੇ ਤੋਂ ਜੇ ਆਪਣਾ ਹਿੱਤ ਆ ਤੇ ਸਤਿਗੁਰਾਂ ਦੇ ਅੱਗੇ ਪੁਕਾਰ ਕਰੀਏ ਕਿ ਗੁਰਮਾਈ ਸਦਬੁੱਧੀ ਦਿਓ। ਕਿ ਉਹਨੇ ਫਰਮਾਇਆ ਬਾਣੀ ਚੋਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੰਗ ਨਾ ਛੁਟਕਿਓ, ਅਵਰ ਅਹੋਂ ਵਿਦ ਬਾਧੇ, ਅਧਿਕ ਅਹੋਂ ਵਿਦ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਕਾਹਦੇ ਵਾਸਤੇ? ਕਹਿੰਦੇ ਮੈਂ ਸਾਰੇ ਹੀ ਕਰਮ ਕਰ ਲਏ, ਨਿਉਲੀ ਕਰਮ ਕਰ ਲਏ, ਜਪ ਤਪ ਕਰ ਲਏ। ਹੁਣ ਜਿਸ ਤਰ੍ਹਾਂ ਦੱਸਿਆ ਕਿ ਨਗਨ ਫਿਰਿਓ ਬਨਮਾਹੀ, ਸਭ ਕੁਛ, ਕੱਪੜੇ ਤਿਆਗ ਦਿੱਤੇ, ਖਾਣਾ ਪੀਣਾ ਤਿਆਗ ਦਿੱਤਾ, ਭਾਂਡੇ ਤਿਆਗ ਕਰਕੇ ਹੱਥਾਂ 'ਤੇ ਪਾਣੀ ਖਾਣਾ ਜੋ ਵੀ ਚੱਲਦਾ ਰਿਹਾ। ਪਰ ਕਹਿੰਦੇ ਕਿ ਸਾਰੇ ਕਰਮ ਕਰ ਲਏ। ਫਿਰ ਕਿਹਾ ਕਿ ਮੈਂ ਕੀਏ ਕਰਮ ਅਨੇਕਾਂ, ਕਹਿੰਦੇ ਮੈਂ ਗਿਣ ਹੀ ਨਹੀਂ ਸਕਦਾ ਕਿੰਨੇ ਕਰਮ ਕੀਤੇ। ਪਰ ਕਿਹਾ ਹਾਰ ਪਇਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਕਿ ਸਤਿਗੁਰੂ ਜੀ ਮੇਰੇ ਯਤਨਾਂ ਨਾਲ ਮੈਂ ਇੱਥੋਂ ਨਹੀਂ ਨਿਕਲ ਸਕਦਾ, ਤੁਸੀਂ ਦਇਆ ਕਰੋ, ਤੁਸੀਂ ਕਿਰਪਾ ਕਰੋ, ਜੋ ਤੁਹਾਨੂੰ ਮਨਜ਼ੂਰ ਹੈ, ਜਿਸ ਰਸਤੇ ਤੁਸੀਂ ਮੈਨੂੰ ਲਿਆਉਣਾ ਚਾਹੁੰਦੇ ਹੋ, ਮੈਨੂੰ ਉਹੀ ਰਸਤਾ ਮੈਨੂੰ ਦਿਖਾ ਦਿਓ, ਮੈਨੂੰ ਉਹਦੇ ਉੱਤੇ ਚਲਾ ਦਿਓ, ਜਿਹੜਾ ਮੈਂ ਤੁਹਾਡੇ ਬਚਨਾਂ 'ਤੇ ਚੱਲ ਕੇ ਉੱਥੇ ਪਹੁੰਚ ਜਾਵਾਂ। ਹਾਂਜੀ ਅੱਗੇ ਬੇਟੇ। ਦੁੱਖ ਕੀ ਕੜੀ ਗਨੀਮਤ ਜਾਨੋ, ਨਾਮ ਗੁਰੂ ਕਾ ਛਿਨ ਛਿਨ ਭਜਨਾ, ਸੁਖ में गाफल रहत सदा नर, मन तरंग में दम दम बहना, ताते चेत करो सत संगत, दुख सुख नदियाँ पार उतरना, ਤੇ ਚੇਤ ਕਰੋ ਸਤ ਸੰਗਤ, ਦੁੱਖ ਸੁੱਖ ਨਦੀਆਂ ਪਾਰ ਉਤਰਨਾ। ਮਹਿਮਾ ਸਤਸੰਗ ਦੀ ਹੀ ਗਾਈ। ਸਤਸੰਗ ਦੇ ਚੋਂ ਕਹਿੰਦੇ ਚਿੱਤ ਮਤਲਬ ਚਿੱਤ ਨੂੰ ਲਗਾ ਕੇ ਸੁਣੀਏ, ਚਿੱਤ ਹਾਜ਼ਰ ਕਰਕੇ ਉੱਥੇ ਬੈਠੀਏ। ਇਹ ਕਹਿੰਦੇ ਜਿਹੜੇ ਦੁੱਖ ਸੁੱਖ ਨੇ, ਕਈ ਵਾਰ ਅਸੀਂ ਸਤਸੰਗ 'ਚ ਬੈਠ ਕੇ ਵੀ ਇਉਂ ਵਾਧੇ ਘਾਟੇ ਕਰਦੇ ਰਹਿੰਦੇ ਹਾਂ, ਬਸ ਉਹ ਚੀਜ਼ਾਂ ਮਨ 'ਚ ਚੱਲੀ ਜਾਂਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕੀ ਵਚਨ ਸਤਿਗੁਰ ਫਰਮਾ ਰਹੇ ਨੇ, ਕੀ ਹੋ ਰਿਹਾ। ਇਹਨੂੰ ਕਹਿੰਦੇ ਗੁਰਮੁਖੀ ਇੱਕ ਫਰਮਾਉਣਾ ਕਿ ਬਈ ਜਦੋਂ ਆਉਂਦੇ ਹੁੰਦੇ ਹੋ ਦਿਮਾਗ ਬਾਹਰ ਰੱਖਾਇਆ ਕਰੋ। ਕਾਹਦੇ ਵਾਸਤੇ ਕਹਿਣਾ? ਉਹ ਕਿਹੜਾ ਦਿਮਾਗ ਸੀ ਜਿਹੜਾ ਸ਼ੈਤਾਨੀ ਵਾਲਾ ਦਿਮਾਗ ਸੀ, ਜਿਹੜਾ ਭਜਾਈ ਫਿਰਦਾ, ਉਹਨੂੰ ਕਹਿਣਾ ਕਿ ਬਾਹਰ ਰੱਖਾਓ, ਇੱਥੇ ਆਣ ਕੇ ਬਈ ਜੋ ਸਤਿਗੁਰਾਂ ਕੋਲੋਂ ਉਹ ਜੋ ਦੇਣਾ ਚਾਹੁੰਦੇ ਨੇ ਉਹ ਲਈਏ, ਜੋ ਉਹ ਦੇਣਾ ਚਾਹੁੰਦੇ ਨੇ ਉਹਦੇ ਵਿੱਚ ਹੀ ਸੁੱਖ ਹੋਏਗਾ। ਮਨਮਤ ਕਰਕੇ ਸੁੱਖ ਨਹੀਂ ਮਿਲਣਾ, ਮਨਮਤ ਕਰਕੇ ਥੋੜ੍ਹੀ ਦੇਰ ਲਈ ਮਿਲੇਗਾ, ਕਿਉਂਕਿ ਸਾਡੇ ਮਨ ਦੀ ਇੱਛਾ ਪੂਰੀ ਹੋ ਗਈ। ਬੱਚਾ ਆ, ਬੱਚਾ ਬਿਮਾਰ ਪਿਆ ਹੈ, ਬੱਚੇ ਨੂੰ ਡਾਕਟਰ ਨੇ ਬੰਦ ਕੀਤਾ ਹੈ ਕਿ ਬਈ ਆਹ ਕੰਮ ਨਹੀਂ ਕਰਨਾ, ਬੱਚਾ ਕਹਿੰਦਾ ਮੈਂ ਤਾਂ ਉਹੀ ਕੰਮ ਕਰਨਾ ਹੈ। ਹੁਣ ਮਾਂ ਪਿਓ ਕਰਨ ਦਿੰਦੇ, ਚੱਲ ਕੋਈ ਨਹੀਂ, ਕਰ ਲਾ ਕੋਈ ਗੱਲ ਨਹੀਂ, ਬੱਚਾ ਬੜਾ ਖੁਸ਼ ਹੁੰਦਾ ਮੇਰੀ ਚੱਲ ਗਈ। ਪਰ ਬਈ ਉਹਦੇ ਨਾਲ ਸੁੱਖ ਥੋੜ੍ਹੀ ਦੇਰ ਲਈ ਮਨ ਸ਼ਾਂਤ ਹੋ ਜਾਏਗਾ, ਲੇਕਿਨ ਲਗਾਤਾਰ ਨਹੀਂ ਉਹ ਗੱਲ ਬਣਨੀ, ਉਹਦੇ ਨਾਲ ਬਿਮਾਰੀ ਹੋਰ ਵਿਗੜ ਜਾਣੀ ਹੈ।
ਚਾਹੀਦਾ ਕੀ ਆ ਕਿ ਜੋ ਜਿਸ ਤਰੀਕੇ ਨਾਲ ਸਤਿਗੁਰ ਚਾਹੁੰਦੇ ਨੇ, ਜੋ ਸਾਨੂੰ ਦੇਣਾ ਚਾਹੁੰਦੇ ਨੇ, ਜਿਸ ਤਰ੍ਹਾਂ ਸਾਨੂੰ ਚਲਾਉਣਾ ਚਾਹੁੰਦੇ ਨੇ, ਜੋ ਵੀ ਕਰਾਉਣਾ ਚਾਹੁੰਦੇ ਨੇ, ਉਹ ਅਸੀਂ ਕਰੀਏ, ਉਸੇ ਤਰੀਕੇ ਨਾਲ ਚੱਲੀਏ, ਕਿਉਂਕਿ ਉਹੀ ਭਗਤੀ ਹੈ। ਗੁਰੂਆਂ ਨੇ ਫਰਮਾਉਣਾ ਕਿ ਬਈ ਸੇਵਾ 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 ਲੋਕੀ ਦੇਖੋ ਦੁਨੀਆ 'ਚ ਸੇਵਾ ਦਾ ਕੋਈ ਹੋਰ ਹੀ ਹੈ ਨਿਯਮ, ਪਰ ਸਤਿਗੁਰਾਂ ਨੇ ਫਰਮਾਇਆ ਸੇਵਾ ਹੁਕਮ ਦੀ। ਜੋ ਗੁਰੂ ਹੁਕਮ ਕਰਦੇ, ਜੋ ਉਹਨੂੰ ਮਨਜ਼ੂਰ ਕਰ ਲਏ, ਉਹੀ ਸੇਵਾ ਜਿਹੜੀ ਹੈ। ਦੂਜੀ ਕਾਹਦੇ ਆਪਣੇ ਪਾਕੇ ਤੇ ਮੰਨਦੀਆਂ ਨਾ ਜਿਹੜੀਆਂ ਚੀਜ਼ਾਂ। ਹਾਂਜੀ ਬੇਟੇ। ਤਾਂ ਤੇ ਚੇਤ ਕਰੋ ਸਤ ਸੰਗਤ, ਦੁਖ ਸੁਖ ਨਦੀਆਂ ਪਾਰ ਉਤਰਨਾ, ਆਪਣਾ ਰੂਪ ਲਖੋ ਕਟ ਭੀਤਰ, फिर आगे को सुरत परना। राधा स्वामी कहे बुझाई, शब्द गुरु से जाकर मिलना। राधा स्वामी ਮੈਂ ਕਿ ਆਪਣਾ ਰੂਪ ਲਖੋ ਘਟ ਭੀਤਰ, ਕਹਿੰਦੇ ਜਿਹੜਾ ਆਪਣਾ ਰੂਪ ਹੈ ਉਹਨੂੰ ਵੀ ਨਹੀਂ ਅਸੀਂ ਅਜੇ ਜਾਣਦੇ। ਦਮ ਤੇ ਭਰਦੇ ਹਾਂ ਅਸੀਂ ਗੁਰੂ ਨੂੰ ਜਾਣ ਲਿਆ, ਸਾਨੂੰ ਗੁਰੂ ਦਾ ਪਤਾ ਲੱਗ ਗਿਆ, ਗੁਰੂ ਦਾ। ਉਹ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਤਾਂ ਜਾਣ ਲਈ, ਅਸੀਂ ਕੌਣ ਹਾਂ? ਸਾਨੂੰ ਤਾਂ ਆਪਣਾ ਹੀ ਨਹੀਂ ਪਤਾ ਜੀ, ਕਿੱਥੋਂ ਆਏ ਹਾਂ, ਕਿੱਥੇ ਅਸੀਂ ਜਾਣਾ ਹੈ, ਕਿਹੜੇ ਕਰਮਾਂ ਦੇ ਵਜੇ ਇੱਥੇ ਆਏ ਹਾਂ, ਕਿਹੜੇ ਕਰਮਾਂ ਕਰਕੇ ਅਸੀਂ ਅੱਗੇ ਦੂਜੀਆਂ ਜੂਨਾਂ 'ਚ ਜਾ ਪੈਣਾ ਹੈ। ਕਹਿੰਦੇ ਪਹਿਲਾਂ ਆਪਣਾ ਹਿਸਾਬ ਤਾਂ ਪਤਾ ਕਰ ਲਈਏ। ਤੇ ਕੀ ਫਰਮਾਇਆ ਹੈ ਕਿ ਸ਼ਬਦ ਗੁਰੂ ਕੋ ਜਾ ਕੇ ਮਿਲਣਾ, ਜਿਹੜਾ ਸਤਿਗੁਰਾਂ ਨੇ ਫਰਮਾਇਆ ਅੰਦਰ ਹੀ ਹੈ। ਬਾਹਰ ਅਸੀਂ ਦੁਨੀਆ ਭਟਕਦੀ ਫਿਰਦੀ ਹੈ, ਟੱਕਰਾਂ ਮਾਰਦੀ, ਪਰ ਸਤਿਗੁਰਾਂ ਨੇ ਕਦੀ ਨਹੀਂ, ਮੈਂ ਕਈ ਵਾਰ ਦੱਸਿਆ ਹੈ, ਤੁਸੀਂ ਵਿਚਾਰ ਕਰ ਲਿਓ ਕਿ ਦੇਖਿਓ ਉਸ ਚੀਜ਼ ਨੂੰ ਕਦੀ ਜਾਣ ਕੇ ਕਿ ਗੁਰੂ ਕੀ ਸਮਝਾਉਂਦਾ ਸੀ ਸਾਨੂੰ। ਗੁਰੂ ਮਹਾਰਾਜ ਦੱਸਣ ਲੱਗੇ, ਅੱਜ ਕਰੀ ਦੱਸਿਆ, ਬਾਬਾ ਜੀ ਕੋ ਉੱਥੇ ਗਏ ਤਰਨ ਤਾਰਨ, ਤੇ ਜਾ ਕੇ ਉੱਥੇ ਗਾਂਹ ਹੋ ਕੇ ਮੱਥਾ ਟੇਕਿਆ ਬਾਬਾ ਜੀ ਨੂੰ ਕਰਕੇ, ਤੇ ਬਾਬਾ ਜੀ ਅੱਗੇ ਫਰਮਾਉਣ ਲੱਗੇ, ਕੋਈ ਬਚਨ ਹੋਰ ਵੀ ਕੋਈ ਕੀਤਾ ਤੇ ਨਾਲ ਫਰਮਾਉਣ ਲੱਗੇ, ਉਹ ਬਈ ਇਹਦਾ ਦੇਹ ਦਾ ਮਾਣ ਕਰਦਾ ਹੈ, ਜੇ ਕਹਿੰਦੇ ਮੈਂ ਦੇਹ ਅੱਜ ਹੀ ਛੱਡ ਦੂੰਗਾ ਕੀ ਕਰੇਗਾ ਫਿਰ ਕਿਹਨੂੰ ਮੱਥਾ ਟੇਕੇਗਾ? ਸਮਝ ਸਤਿਗੁਰੂ ਦੀ ਦਇਆ ਕਰਨ, ਕਿਰਪਾ ਕਰਨ, ਸਮਝ ਲੱਗਦੀ ਆ। ਕੋਈ ਸੱਚੇ ਮਹਾਤਮਾ ਜੋ ਪੂਰੇ ਸਤਿਗੁਰ ਨੇ ਸਾਨੂੰ ਦੇਹ ਨਾਲ ਨਹੀਂ ਜੋੜਦੇ ਕਿਸੇ ਚੀਜ਼ ਨਾਲ। ਜੇ ਆਪਣੀ ਦੇਹ ਨਾਲ ਨਹੀਂ ਜੋੜਦੇ ਤੇ ਆਪਣੇ ਵਸਤਰਾਂ ਨਾਲ ਜੋੜ ਦੇਣਗੇ, ਆਪਣੀਆਂ ਖੂੰਡੀਆਂ ਨਾਲ ਜੋੜ ਦੇਣਗੇ, ਆਪਣੇ ਪਲੰਘਾਂ ਨਾਲ ਜੋੜ ਦੇਣਗੇ, ਜਾਂ ਆਪਣੇ ਬਾਹਰਲੇ ਡੇਰਿਆਂ ਨਾਲ ਜੋੜ ਦੇਣਗੇ ਸਾਨੂੰ। ਹਾਂ, ਇਹ ਸਾਰੀਆਂ ਚੀਜ਼ਾਂ ਸਾਨੂੰ ਮਦਦ ਕਰਦੀਆਂ ਨੇ ਗੁਰੂ ਤੱਕ ਪਹੁੰਚਣ, ਯਾਦ ਬਣਦੀ ਹੈ। ਉੱਥੇ ਬੈਠ ਕੇ ਜਿਸ ਤਰ੍ਹਾਂ ਕੋਈ ਪ੍ਰੀਤਮ ਦੀ ਯਾਦ ਆਉਂਦੀ ਏ, ਯਾਦ ਪ੍ਰਬਲ ਹੁੰਦੀ ਏ, ਉਹਨਾਂ ਚੀਜ਼ਾਂ ਵੱਲ ਜਿੱਥੋਂ ਵੀ ਉਹ ਮੁਬਾਰਕ ਹੈ, ਉਹ ਚੀਜ਼ ਮੁਬਾਰਕ ਹੈ ਜਿੱਥੇ ਸਤਿਗੁਰਾਂ ਦੀ ਉਹ ਚੀਜ਼ ਬਣੇ। ਪਰ ਜੇ ਮਨ ਇਸੇ ਚੀਜ਼ 'ਚ ਹੀ ਲੱਗ ਗਿਆ ਤੇ ਫਿਰ ਦੁਨੀਆ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਜੇ ਅਸੀਂ ਇਹਨਾਂ ਨੂੰ ਹੀ ਉਹ ਚੀਜ਼ਾਂ ਬਣਾ ਲਿਆ, ਉਹਨਾਂ ਚੀਜ਼ਾਂ ਨੂੰ। ਹੁਣ ਚੋਲਾ ਸਾਹਿਬ ਦਾ ਮੇਲਾ ਲੱਗਦਾ ਹੈ ਸਾਡੇ ਇੱਥੇ ਡੇਰਾ ਬਾਬਾ ਨਾਨਕ, ਦੱਸਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਪਿਆ ਉੱਥੇ। ਹੁਣ ਬਈ ਵਿਚਾਰ ਕਰਨ ਵਾਲੀ ਗੱਲ ਏ, ਜਿਨ੍ਹਾਂ ਨੇ ਪਾਇਆ ਉਦੋਂ ਪਾ ਲਿਆ ਸਭ ਕੁਛ, ਇਹ ਹੁਣ ਵੀ ਉਹਨਾਂ ਦੇ ਬਚਨ ਮੰਨਣਗੇ, ਹੁਣ ਵੀ ਪਾ ਲੈਣਗੇ। ਨਹੀਂ ਤੇ ਭਾਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ 'ਤੇ ਉਹਨਾਂ ਦੇ ਕੋਈ ਨਾਲ ਵੀ ਰਿਹਾ, ਜਿਨ੍ਹਾਂ ਨੇ ਉਹਨਾਂ ਨਾਲ ਦੁਸ਼ਮਣੀਆਂ ਕਮਾਈਆਂ, ਜਿਨ੍ਹਾਂ ਨੇ ਉਹਨਾਂ ਨੂੰ ਭੂਤਨਾ ਕਰਾਈ ਆ ਕਿਹਾ, ਜਿਨ੍ਹਾਂ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ, ਉਹਨਾਂ ਦੀ ਸਮਝ ਨਹੀਂ ਪਈ, ਉਦੋਂ ਨਹੀਂ ਪਈ। ਉਹ ਤੇ ਉਹ ਗੁਰੂ ਸਾਹਿਬ ਦਾ ਚੋਲਾ ਜਿਹੜਾ, ਉਹਦੇ ਦਰਸ਼ਨ ਕਰਕੇ ਅਸੀਂ ਕਹਿੰਦੇ ਆ ਕਿ ਬਈ ਦਰਸ਼ਨ ਕੀਤੇ ਸਤਿਗੁਰਾਂ ਦੇ ਵਸਤਰ ਦੇ, ਤੇ ਬਈ ਜਿਨ੍ਹਾਂ ਨੇ ਉਹ ਦਰਸ਼ਨ ਉਹਨਾਂ ਦੇ ਸਾਕਸ਼ਾਤ ਕੀਤੇ, ਕੋਈ ਥੋੜ੍ਹੀ ਗੱਲ ਸੀ। ਪਰ ਮੈਂ ਪਹਿਲਾਂ ਕਿਹਾ ਹੈ, ਕਿਸੇ ਵੀ ਟਾਈਮ ਦੇ ਉੱਤੇ ਮਨ ਨੇ ਗੁਰੂ ਦੀ ਮੰਨਣ ਨਹੀਂ ਦਿੱਤੀ ਹੈਗੀ। ਜਦੋਂ ਚਲੇ ਜਾਂਦੇ ਨੇ ਫਿਰ ਉਹਨਾਂ ਦੀਆਂ ਖੜਾਵਾਂ ਵੀ ਪੂਜੀਆਂ ਜਾਂਦੀਆਂ ਨੇ, ਫਿਰ ਉਹਨਾਂ ਦੇ ਵਸਤਰ ਵੀ ਪੂਜੇ ਜਾਂਦੇ ਨੇ, ਫਿਰ ਉਹਨਾਂ ਦੇ ਸਭ ਕੁਝ ਪੂਜਿਆ ਜਾਂਦਾ ਹੈ। ਪਰ ਜੋ ਜਿਹੜੀ ਚੀਜ਼ ਪੂਜਣ ਵਾਲੀ ਸੀ, ਉਹਨਾਂ ਨੇ ਜਿਹੜਾ ਉਹਨਾਂ ਨੂੰ ਬਣਾਇਆ ਕਿ ਸ਼ਬਦ, ਉਹਨਾਂ ਦੇ ਬਚਨ, ਜਿਹੜਾ ਉਹਨਾਂ ਨੂੰ ਜਿਸ ਚੀਜ਼ ਨਾਲੋਂ ਮਿਲਾਉਣਾ ਚਾਹੁੰਦੇ ਸੀ, ਉਹਦੇ ਨਾਲ ਕੋਈ ਨਹੀਂ ਮਿਲ ਪਾਉਂਦਾ। ਸਤਿਗੁਰ ਦਇਆ ਕਿਰਪਾ ਕਰਨ ਕਿ
ਮਨੁੱਖਾ ਜਨਮ ਵੀ ਮਿਲਿਆ, ਸਤਿਗੁਰ ਵੀ ਸਾਨੂੰ ਪੂਰਨ ਮਿਲੇ, ਪਰ ਉਹ ਉਹਨਾਂ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਆ ਜਾਏ, ਭਰੋਸਾ ਆ ਜਾਏ। ਕਿਉਂਕਿ ਮੈਂ ਕਈ ਵਾਰ ਕਿਹਾ ਹੈ ਕਿ ਤੁਸੀਂ ਪੁਰਾਣੀ ਗੱਲ ਛੱਡ ਦਿਓ, ਜਿੱਥੋਂ ਤੱਕ ਸਾਡੀ ਯਾਦਦਾਸ਼ਤ ਜਾਂਦੀ ਹੈ, ਜਿੱਥੋਂ ਜਿੱਥੋਂ ਤੱਕ ਸਾਡਾ ਧਿਆਨ ਜਾਂਦਾ ਹੈ, ਉੱਥੋਂ ਤੱਕ ਦੇਖ ਲਈਏ। ਪਹਿਲੇ ਸੂਚ ਸਤਿਗੁਰੂ ਬਾਬਾ ਜੀ ਦੀ ਇੰਨੀ ਸ਼ੋਭਾ ਕਰਦੇ ਰਹੇ, ਤੁਸੀਂ ਬਾਬਾ ਜੀ ਦੇ ਸਿੱਖ ਹਜੇ ਵੀ ਵੈਸੇ ਵਿਰਲੇ ਵਿਰਲਾ ਕੋਈ ਸ਼ਾਇਦ ਕੋਈ ਹੋਵੇ, ਕੋਈ ਮਿਲ ਕੇ ਪੁੱਛੋ ਕੀ ਕਦਰ ਹੋਈ ਉਸ ਵੇਲੇ। ਪਹਿਲੇ ਸਰੂਪ 'ਚ ਗੁਰੂ ਮਹਾਰਾਜ ਜੀ ਦੇ ਟਾਈਮ ਦੇ ਉੱਤੇ ਕੋਈ ਮੈਨੂੰ ਕੋਈ ਪੁਰਾਣਾ ਸੰਗੀ ਬਾਂਹ ਖੜੀ ਕਰਕੇ ਦੱਸੇ ਕਿ ਮੈਂ ਜੋ ਸਤਿਗੁਰ ਦੇਣ ਆਏ ਸੀ ਮੈਂ ਉਹ ਲੈ ਲਿਆ ਉਹਨਾਂ ਕੋਲੋਂ। ਕੋਈ ਇੱਕ ਵੀ ਮੈਨੂੰ ਦੱਸ ਦੇਵੇ ਆਣ ਕੇ ਕਿ ਜੋ ਉਹ ਦੇਣ ਆਏ ਸੀ ਸਾਨੂੰ ਉਹ ਅਸੀਂ ਲਿਆ ਉਹਨਾਂ ਕੋਲ। ਗੁਰੂ ਮਹਾਰਾਜ ਫਰਮਾਉਂਦੇ ਸੀ ਮੁੰਡੇ ਕੁੜੀਆਂ ਤੇ ਕਬਰਾਂ ਤੇ ਮੱਥੇ ਟੇਕ ਕੇ ਵੀ ਮਿਲ ਜਾਂਦੇ ਆ। ਪੈਸੇ ਧੇਲੇ ਤੇ ਬਈ ਇੱਧਰ ਉੱਧਰ ਵੀ ਜਿਹੜੀਆਂ ਜਿੱਥੇ ਮਰਜ਼ੀ ਲੋਕ ਸੁਖਣਾ ਕਰ ਆਉਂਦੇ ਨੇ, ਕੀ ਹੁੰਦਾ ਸੱਚੇ ਗੁਰੂ ਦੀ ਜਿਹੜਾ ਉਹਦਾ ਕੀ ਵਡਿਆਈ ਹੈ, ਉਹ ਕੁਛ ਹੋਰ ਹੈ। ਫੋਕੇ ਨਾ ਇਸੇ ਚੀਜ਼ 'ਚ ਅਸੀਂ ਘੁੰਮਦੇ ਰਹੀਏ ਅਤੇ ਉਸ ਚੀਜ਼ ਦੇ ਵਿੱਚ ਹਾਂ ਜੋ ਸਤਿਗੁਰ ਦੇਣਾ ਚਾਹੁੰਦੇ ਨੇ ਸਾਨੂੰ ਉਹ ਝੋਲੀ ਕਰਕੇ ਉਹਨਾਂ ਕੋਲ ਲਈਏ, ਉਹ ਪ੍ਰਸ਼ਾਦ ਲਈਏ। ਜੋ ਮਿਲ ਗਿਆ ਤੇ ਬਈ ਫਿਰ ਇਹਦੀਆਂ ਕੋਈ ਵੀ ਭੁੱਖਾਂ ਨਹੀਂ ਇਹਦੀਆਂ ਰਹਿਣਗੀਆਂ। ਇਹਦੇ ਚਿਹਰੇ 'ਤੇ ਇੱਕ ਅਲੱਗ ਹੀ ਨੂਰ ਕੰਮ ਕਰੇਗਾ। ਸੇ ਮੱਥੇ ਨਿਸ਼ਚਲ ਰਹੇ ਜਿਨ ਗੁਰੂ ਧਾਰਿਆ ਹੱਥ, ਜਿਹਦੇ ਮੱਥੇ 'ਤੇ ਜਿਹਦੇ ਮਸਤਕ 'ਤੇ ਗੁਰੂ ਦਾ ਹੱਥ ਆ ਗਿਆ, ਕਹਿੰਦੇ ਸੇ ਮੱਥੇ ਨਿਸ਼ਚਲ ਰਹੇ। ਪਰ ਫਿਰ ਉਹੀ ਮੈਂ ਗੱਲ ਬਾਰ-ਬਾਰ ਬੇਨਤੀ ਕਰ ਰਿਹਾ ਕਿ ਸਤਿਗੁਰਾਂ ਕੋਲ ਹੀ ਇਹ ਗੁਰੂ ਹੀ ਦਿਆ ਕਰੇਗਾ, ਕੰਮ ਬਣੇਗਾ, ਸਾਡੇ ਵੱਸ 'ਚ ਨਹੀਂ ਹੈ। ਇਸ ਕਰਕੇ ਆਪਣੇ ਅੰਦਰ ਸਿਰਫ ਤੜਪ ਪੈਦਾ ਕਰੀਏ ਕਿ ਸਾਨੂੰ ਸਿਰਫ ਇੰਨਾ ਸਮਝ ਲੱਗ ਜਾਵੇ, ਇੰਨੀ ਤੜਫ ਬਣੇ ਕਿ ਅਸੀਂ ਲੁੱਟੇ ਪਏ ਹਾਂ, ਅਸੀਂ ਗਵਾਚੇ ਪਏ, ਅਸੀਂ ਕਾਲ ਦੇ ਹੱਥੇ ਚੜ੍ਹੇ ਪਏ ਹਾਂ। ਬਸ ਇੰਨੀ ਕੀ ਆ ਗਈ ਅਤੇ ਫਿਰ ਬੇਨਤੀ ਹੋਏਗੀ ਜ਼ਰੂਰ। ਜਦੋਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ, ਹੁਣ ਕੋਈ ਬੰਦੇ ਨੂੰ ਜੇਲ੍ਹ 'ਚ ਡੱਕਿਆ ਹੋਵੇ, ਜੇਲ੍ਹ ਬੜੀ ਵੱਡੀ ਹੋਵੇ ਜਾਂ ਸੋਨੇ ਦੀ ਜੇਲ੍ਹ ਬਣਾਈ ਹੋਵੇ, ਉਹ ਬੜਾ ਖੁਸ਼ ਹੋਵੇ, ਹਾਂ 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 ਬੜਾ ਜੀ ਮੈਂ ਸੋਨੇ ਦੀ ਜੇਲ੍ਹ 'ਚ, ਤਾਂ ਬਈ ਉਹ ਹੈ ਤਾਂ ਜੇਲ੍ਹ 'ਚ ਹੀ ਹੈ। ਇਸੇ ਤਰ੍ਹਾਂ ਅਸੀਂ ਵੀ ਕਈ ਵਾਰ ਉਸ ਚੀਜ਼ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਕਰਕੇ ਤੇ ਅਸੀਂ ਬੜਾ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਾਂ। ਬਈ ਪੂਰੇ ਗੁਰੂ ਦੀ ਕੋਈ ਹੋਰ ਵਡਿਆਈ ਹੈ। ਜੋ ਸਤਿਗੁਰ ਦਿਆ ਕਰਦੇ ਨੇ, ਕਰਨ ਆਏ ਨੇ, ਬਈ ਉਹ ਪ੍ਰਸ਼ਾਦ ਉਹਨਾਂ ਕੋਲ ਲਈਏ। ਜੇ ਉਹਨਾਂ ਨੇ ਦਿਆ ਕਰਕੇ ਕਿਰਪਾ ਕਰਕੇ ਉਹਦਾ ਇੱਕ ਕਿਣਕਾ ਵੀ ਸਾਨੂੰ ਕਿਣਕਾ ਮਾਤਰ ਵੀ ਮਿਲ ਗਿਆ, ਇਹਦੀ ਮੁਕਤੀ ਦਾ ਆਉਣਾ ਜਾਣਾ ਮੁੱਕ ਗਿਆ। ਨਹੀਂ ਤੇ ਸਾਰੇ ਸੰਸਾਰ ਦੀ ਦੌਲਤ ਵੀ ਸਾਡੀ ਝੋਲੀ 'ਚ ਪੈ ਜਾਵੇ, ਕੋਈ ਵੱਡੀ ਗੱਲ ਨਹੀਂ ਹੈਗੀ। ਇਹਦੇ ਸਿਕੰਦਰ ਵਰਗੇ ਜਿਹੜੇ ਸੀ ਖਾਲੀ ਹੱਥ ਗਏ ਇੱਥੋਂ, ਕੋਈ ਇਹ ਕਿਹੜੀ ਕੋਈ ਵੱਡੀ ਗੱਲ ਹੈ। ਅੱਗੇ ਤੋਂ ਕਦੀ ਵੀ ਮਾਣ ਕਰਨਾ ਹੋਵੇ ਤੇ ਗੁਰੂ ਦੀ ਸੱਚੀ ਰਹਿਮਤ ਦਾ ਮਾਣ ਕਰੀ। ਵਾਕਈ ਵੇਖੀਏ ਕਿ ਵਾਕਈ ਗੁਰੂ ਮਹਾਰਾਜ ਫਰਮਾਉਂਦੇ ਸੀ ਸਤਿਗੁਰ ਇੱਥੇ ਇਹ ਚੀਜ਼ਾਂ ਦੇਣ ਨਹੀਂ ਆਉਂਦੇ, ਪਰ ਇੱਕ ਇਹ ਤੇ ਗੁਰੂ ਮਹਾਰਾਜ ਵਾਸਤੇ ਝੁੰਗਾ ਹੈ ਸਾਰਾ। ਸਿਰ ਬੱਚਿਆਂ ਨੂੰ ਤੋਰਨ ਵਾਸਤੇ ਕਿ ਚਲੋ ਕਿ ਅੜੇ ਪਏ ਆ ਤੇ ਚਲੋ ਥੋੜ੍ਹਾ ਬਹੁਤਾ ਝੁੰਗਾ ਦੇ ਕੇ ਕਹਿੰਦੇ ਅੱਗੇ ਤੁਰਨ, ਪਰ ਮਨ ਇੰਨਾ ਢੀਠ ਉੱਥੇ ਹੀ ਝੁੰਗੇ ਲੈ ਕੇ ਵੀ ਉੱਥੇ ਦਾ ਉੱਥੇ ਅਸਲੀ ਚੀਜ਼ ਫਿਰ ਨਹੀਂ ਪਤਾ ਕਿ ਕੀ ਹੈਗੀ ਹੈ। ਸਤਿਗੁਰ ਦਇਆ ਕਿਰਪਾ ਕਰਨ, ਕਿਉਂਕਿ ਬਹੁਤ ਉਹਨਾਂ ਦੇ ਉਸ ਦਇਆ ਦੀ ਲੋੜ ਹੈ। ਕਿਉਂਕਿ ਉਹਨਾਂ ਦੇ ਦਇਆ ਤੋਂ ਬਗੈਰ, ਜਿਸ ਤਰ੍ਹਾਂ ਕਿਹਾ ਕਿ ਜੀਵ ਨਿਰਬਲ ਕਿਆ ਕਰੇ ਵਿਚਾਰਾ ਜਬ ਲਗ ਰਹਾ ਸਵਾਮੀ ਦੇ ਨਾ ਸਹਾਰਾ, ਹੈ ਤੇ ਸਤਿਗੁਰਾਂ ਦੇ ਸਹਾਰੇ ਦੀ ਹੀ ਲੋੜ ਹੈ। ਪਰ ਫਿਰ ਵੀ ਜਦੋਂ ਮੈਂ ਗੁਰੂ ਮਹਾਰਾਜ ਸੁਣਾ ਕਿ ਬਈ ਬੱਚਾ ਰੋਵੇ ਨਾ ਤੇ ਮੌਣ ਤੱਕ ਤੇ ਮਾਂ ਦੁੱਧ ਵੀ ਨਹੀਂ ਦਿੰਦੀ ਇਹਨੂੰ। ਸਾਡਾ ਰੋਣਾ ਕੀ ਹੈ? ਸਾਡਾ ਉਹ ਵਿਰਾਗ ਤੜਫ ਅੰਦਰੋਂ ਉੱਠੇ ਤੇ ਸਹੀ, ਉਹ ਚੀਜ਼ ਵਾਸਤੇ ਕੀਮਤ ਤੇ ਸਾਡੇ ਅਸੀਂ ਕਦੀ ਦੇ ਹੀ ਨਹੀਂ ਸਕਦੇ। ਉਸ ਚੀਜ਼ ਦੀ ਕਿਸੇ ਕੋਲ ਉਹ ਕੀਮਤ ਨਹੀਂ ਹੈਗੀ, ਅਸੀਂ ਉਹ ਕੀਮਤ ਦੇ ਸਕੀਏ। ਉਹ ਉਹਨਾਂ ਦੀ ਬਖਸ਼ਿਸ਼ ਹੀ ਹੋਣੀ। ਅਸੀਂ ਕਹਿੰਦੇ ਨਾ ਨਾਮ ਦਾਨ ਬਖਸ਼ੋ, ਨਾਮ ਦਾ ਦਾਨ ਹੀ ਹੁੰਦਾ ਵਾ, ਉਹ ਕਦੀ ਕੋਈ ਮੁੱਲ ਨਹੀਂ ਅਸੀਂ ਕੋਈ ਦੇ ਸਕਦੇ। ਪਰ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਐਸੀ ਸਮਝ ਸਾਨੂੰ ਬਖਸ਼ ਦੇਣਾ ਕਿ ਸਾਨੂੰ ਮੰਗਣਾ ਆ ਜਾਵੇ ਉਹਨਾਂ ਕੋਲ ਕੀ ਮੰਗਣਾ ਹੈ। ਉਹ ਝੋਲੀ 'ਚ ਪੈ ਗਿਆ ਤੇ ਬਈ ਸਭ ਇਹਦੇ ਦੁੱਖੜੇ ਖਤਮ ਇਹਦੇ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ, ਬੇਨਤੀ ਕਰਨ ਦੀ ਆਜ ਦੱਸਣ। ਰਾਧਾ ਸੁਆਮੀ ਜੀ, ਰਾਧਾ ਸੁਆਮੀ।